ਜੇ ਦੇਖਿਆ ਜਾਵੇ ਤਾਂ 20 ਅਪ੍ਰੈਲ ਨੂੰ ਇਹ 17,000 ਗਿਣਤੀ ਸੀ। ਭਾਵ ਇਸ ਜਿਹੜਾ ਇੱਕ ਹਫ਼ਤੇ ਦੇ ਵਿੱਚ ਇੱਥੇ 10,000 ਤੋਂ ਵੱਧ ਮਰੀਜ਼ ਜਿਹੜੇ ਨੇ ਹੁਣ 1 ਮਹੀਨੇ ਤੋਂ ਇੱਥੇ ਲਾਕਡਾਊਨ ਚੱਲ ਰਿਹਾ। ਇਹਦੇ ਬਾਵਜੂਦ ਵੀ ਜੇ 10,000 ਗਿਣਤੀ ਵੱਧਦੀ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਜਿਹੜੀਆਂ ਅਤਿਹਾਤ ਵਰਤਣ ਵਾਲਾ ਮਾਮਲੇ 'ਚ ਉਹਦੇ 'ਚ ਗੰਭੀਰਤਾ ਨਹੀਂ ਦਿਖਾਈ। ਬਿਨਾਂ ਮਤਲਬ ਦੇ ਉੱਤੋਂ ਮੰਡੀਰ ਜਿਹੜੀ ਹੈ ਉਹ ਤੁਰੀ ਫਿਰਦੀ ਹੈ, ਉਹਨੂੰ ਨੱਥ ਪਾਉਣੀ ਚਾਹੀਦੀ ਹੈ। ਜੇ ਤੁਸੀਂ ਨੱਥ ਨਾ ਪਾਈ, ਮੈਂ ਅੱਜ ਇਸ ਮਾਧਿਅਮ ਦੇ ਰਾਹੀਂ ਤੁਹਾਡੀ ਗੱਲ ਕਰਦਾ ਕਿ ਜੇ ਨੱਥ ਨਾ ਪਾਏਗੀ ਤਾਂ ਤੁਹਾਡੇ ਤੇ ਦੁਬਾਰਾ ਸਖਤੀ ਆਲਾ ਡੰਡਾ ਪੁਲਿਸ ਦਾ ਆਏਗਾ। ਵੀ ਆ ਕੋਰੋਨਾ ਬਾਰੇ ਤਾਂ ਤੁਸੀਂ ਸਾਰੀ ਜਾਣਕਾਰੀ ਦੇਈ ਜਾਂਦੇ ਆ, ਜੋ ਵੀ ਲੋਕਡਾਊਨ ਵਗੈਰਾ, ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਤੁਹਾਡੇ ਕੋਲ ਕੋਈ ਇਹ ਜਾਣਕਾਰੀ ਹੈਗੀ ਆ ਕਿ ਅਮਰੀਕਾ ਦੇ ਤਾਂ ਚਾਈਨਾ ਦੇ ਆਪਸ ਵਿੱਚ ਹੀ ਕਿਹੋ ਜਿਹੇ ਹੁਣ ਸੰਬੰਧ ਨੇ? ਅਮਰੀਕਾ ਕੁੱਲ ਮਿਲਾ ਕੇ ਦੋਸ਼ ਇਹ ਲਾ ਰਿਹਾ ਹੈਗਾ ਕਿ ਇਹ ਸਾਰੇ ਦਾ ਸਾਰਾ ਜਿਹੜਾ ਵਾਇਰਸ ਹੈ ਉਹ ਵੁਹਾਨ ਸ਼ਹਿਰ ਦੀ ਜਿਹੜੀ ਪ੍ਰਯੋਗਸ਼ਾਲਾ ਉੱਥੋਂ ਸ਼ੁਰੂ ਹੋਇਆ। ਇਲਜ਼ਾਮਬਾਜ਼ੀ ਹੈ ਨਾ ਢਿੱਲੋਂ ਸਾਹਿਬ, ਜਿਵੇਂ ਅਖਬਾਰਾਂ ਵਿੱਚ ਇਹ ਵੀ ਲੱਗੀਆਂ ਕਿ ਜਦੋਂ ਟਰੰਪ ਸਾਹਿਬ ਨੂੰ ਸਵਾਲ ਪੁੱਛੇ ਜਾ ਰਹੇ ਨੇ ਤਾਂ ਉਹ ਤਿੱਖੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਇਹੀ ਕਹਿੰਦੇ ਨੇ ਕਿ ਜਿਹੜੀ ਰੋਜ਼-ਰੋਜ਼ ਪ੍ਰੈਸ ਕਾਨਫਰੰਸ ਕਰਨੀ ਹੈ ਸਮੇਂ ਦੀ ਬਰਬਾਦੀ ਹੈ, ਲੋਕਾਂ ਦੇ ਉੱਤੇ ਐਕਸਪੈਰੀਮੈਂਟ ਕੀਤਾ ਜਾ ਰਿਹਾ। ਤਾਂ ਅਮਰੀਕਾ ਤੋਂ ਸਵਾਲ ਪੁੱਛੇ ਜਾਂਦੇ ਨੇ, ਬਾਅਦ ਵਿੱਚ ਉਹ ਕਹਿ ਦਿੰਦੇ ਨੇ ਕਿ ਮੈਂ ਤਾਂ ਮਜ਼ਾਕ ਕੀਤਾ ਸੀ। ਕਦੇ ਉਹ ਕੁਛ ਗੱਲ ਕਰਦੇ ਨੇ, ਇੱਕ ਪਾਸੇ ਉਹ ਭਾਰਤ ਨੂੰ ਧਮਕੀ ਦਿੰਦੇ ਸੀ ਕਿ ਜੇ ਤੁਸੀਂ ਜਿਹੜੀ ਹਾਈਡਰੋਕਸੋਕਲੋਰੋਕੁਈਨ ਦਵਾਈ ਸਾਨੂੰ ਨਾ ਦਿੱਤੀ ਤਾਂ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਦੂਜੇ ਦਿਨ ਫਿਰ ਉਹ ਸਵਾਗਤ ਕਰਨ ਵਾਲੇ ਪਾਸੇ ਤੁਰ ਪੈਂਦੇ ਨੇ। ਬਜਾਏ ਅਸੀਂ ਇਸ ਵੇਲੇ ਵਿਸ਼ਵ ਪੱਧਰ ਦੇ ਉੱਤੇ ਇੱਕ ਦੂਜੇ ਨੂੰ ਅੱਖਾਂ ਦਿਖਾਈਏ, ਇੱਕ ਦੂਜੇ ਨੂੰ ਦੋਸ਼ੀ ਮੰਨੀਏ। ਹੁਣ ਜੇ ਇਹ ਬੇਕਾਬੂ ਤਾਂ ਹੋ ਗਿਆ, ਉਹ ਤਾਂ ਵਾਪਸ ਆਉਣਾ ਨਹੀਂ। ਹੁਣ ਪਟਿਆਲੇ ਦੇ ਵਿੱਚ ਪਹਿਲਾਂ ਅੱਜ ਤੋਂ ਹਫ਼ਤਾ ਪਹਿਲਾਂ ਜਿਹੜੀ ਗਿਣਤੀ ਹੈ ਬਿਲਕੁਲ ਸੀਮਿਤ ਸੀਗੀ, ਅੱਜ 61 ਹੋਈ ਹੈ। ਇੱਕ ਰਾਜਪੁਰੇ ਦੇ 42 ਕੇਸਾਂ ਹੋਣ ਦੇ ਨਾਲ 61 ਪਹੁੰਚੀ ਹੈ। ਸ਼ੁਰੂਆਤ ਦੇ ਵਿੱਚ ਇਹ 10 ਦਾ ਅੰਕੜਾ ਵੀ ਪਾਰ ਨਹੀਂ ਕੀਤਾ ਸੀ। 42 ਮਰੀਜ਼ਾਂ ਦਾ ਵਧਣਾ, ਮੈਂ ਬਾਰ-ਬਾਰ ਕਹਿਣਾ ਕਿ ਜੇ ਲਾਕਡਾਊਨ ਨਾ ਹੁੰਦਾ ਤਾਂ ਅਮਰੀਕਾ ਤੋਂ ਵੱਧ ਗਿਣਤੀ ਭਾਰਤ ਦੀ ਹੁੰਦੀ। ਜਿਹੜੀਆਂ ਕੁਝ ਕਾਲੀਆਂ ਭੇਡਾਂ ਨੇ, ਭਾਵੇਂ ਉਹ ਨਸ਼ੇ ਦੇ ਰੂਪ ਦੇ ਵਰਤਾਉਂਦੇ ਨੇ ਜਾਂ ਕੁਝ ਹੋਰ ਕਰਦੇ ਨੇ, ਕਿਤੋਂ ਸ਼ਰਾਬ ਦੀ ਫੈਕਟਰੀ ਫੜੀ ਜਾ ਰਹੀ ਹੈ। ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਇਹ ਧੰਦੇ ਪਨਪ ਰਹੇ ਨੇ, ਉਸ ਮਾਮਲੇ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਢਿੱਲੀ ਹੈ। ਕੋਈ ਜਲੰਧਰ ਦੀ ਔਰਤ ਸੀ, ਉਹ ਵੀ ਇਹ ਸਵਾਲ ਉਠਾਉਂਦੀ ਹੈ ਹਸਪਤਾਲ ਪ੍ਰਸ਼ਾਸਨ ਦੇ, ਜਿਵੇਂ ਪਹਿਲਾਂ ਵੀ ਉੱਠਦੇ ਰਹੇ ਨੇ। ਉਹ ਕਹਿੰਦੀ ਕਿ ਮੈਂ ਹਸਪਤਾਲ ਦੇ ਵਿੱਚ ਗਈ, ਮੈਨੂੰ ਇਸ ਤਰੀਕੇ ਨਾਲ ਸਲੂਕ ਕੀਤਾ ਗਿਆ ਜਿਵੇਂ ਜਾਨਵਰਾਂ ਨਾਲ ਕੀਤਾ ਜਾਂਦਾ ਹੈ। ਤੇ ਜੇਕਰ ਕਹਿੰਦੀ ਮੈਂ ਨੇੜੇ ਹੋ ਕੇ ਕਹਿੰਦੀ ਆ ਕਿ ਮੇਰਾ ਚੈੱਕਅਪ ਕਰੋ, ਮੈਨੂੰ ਦੇਖੋ, ਮੈਨੂੰ ਖੰਘ ਆ ਰਹੀ ਹੈ, ਤਾਂ ਉਹ ਕਹਿ ਦਿੰਦੇ ਨੇ ਕਿ ਦੂਰ ਹੋ ਕੇ ਖੜੋ, ਦੂਰ ਹੋ ਕੇ। ਮਤਲਬ ਕਿ ਉਹਨਾਂ ਨੂੰ ਹੋਰ ਵੀ ਡਰਾਇਆ ਜਾਂਦਾ। ਜਿਹੜੇ ਇਸ ਤਰ੍ਹਾਂ ਦੀ ਬਿਰਤੀ ਵਾਲੇ ਨੇ ਉਹ ਹਰ ਥਾਂ ਦੇ ਉੱਤੇ ਨੇ। ਉਹ ਰਾਜਸੀ ਲੋਕਾਂ ਦੇ ਵਿੱਚ ਵੀ ਹੈ, ਪ੍ਰਸ਼ਾਸਨਿਕ ਲੋਕਾਂ ਦੇ ਵਿੱਚ ਵੀ ਹੈ, ਡਾਕਟਰੀ ਵਰਗ ਦੇ ਵਿੱਚ ਵੀ ਹੈ, ਸਾਡੇ ਵਿੱਚ ਵੀ। ਜੇ ਲਾਕਡਾਊਨ ਦੇ ਵਿੱਚ ਵੀ 1975 ਮਾਮਲੇ, 25 ਮਾਮਲੇ ਘੱਟ 2000 ਬੰਦਾ ਆਇਆ ਹੈਗਾ, ਤਾਂ ਜੇ ਲਾਕਡਾਊਨ ਨਾ ਕੀਤਾ ਹੁੰਦਾ ਇਹ ਜ਼ੀਰੋ, ਜਿਹਦੀ ਕੀਮਤ ਕੋਈ ਨਹੀਂ, ਜੇ ਉਹ ਇਹ 2000 ਦੇ ਪਿੱਛੇ ਲੱਗ ਜਾਂਦੀਆਂ ਤਾਂ ਇਹ ਅੰਕੜਾ ਕਿੱਥੋਂ ਤੱਕ ਜਾਂਦਾ। 650 ਕਿਲੋਮੀਟਰ ਗਵਾਲੀਅਰ ਤੋਂ ਲੈ ਕੇ ਬਠਿੰਡੇ ਆਉਣਾ 3-4 ਰਾਜਾਂ ਦੇ ਵਿੱਚੋਂ ਲੰਘ ਕੇ ਆਏ ਨੇ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਸਾਡੇ ਤਾਂ ਜੀ ਬਾਰਡਰ ਸੀਲ ਕੀਤੇ ਹੋਏ ਨੇ। ਜੇ ਸੀਲ ਕੀਤੇ ਹੋਏ ਨੇ, ਕੋਈ ਇਹ ਸੂਈ ਦਾ ਨੱਕਾ ਤਾਂ ਨਹੀਂ ਸੀ ਉਹਦੇ ਵਿੱਚ ਦੀ ਨਿਕਲ ਕੇ ਆ ਗਏ। ਆਰਐਸਐਸ ਦੇ ਮੁਖੀ ਮੋਹਨ ਭਾਗਵਤ ਕਹਿੰਦੇ ਨੇ ਕਿ ਹੁਣ ਸਵਦੇਸ਼ੀ ਦਾ ਮੌਕਾ। ਸਵਦੇਸ਼ੀ ਦਾ ਮੌਕਾ ਤਾਂ ਉਸ ਵੇਲੇ ਵੀ ਚੱਲ ਪਿਆ ਸੀ ਪਿੱਛੇ, ਜਦੋਂ ਰਾਮਦੇਵ ਹੋਰਾਂ ਨੇ ਆਪਣੀ ਪਤੰਜਲੀ ਚਲਾ ਦਿੱਤੀ, ਹੋਰ ਬਾਕੀ ਬਾਬਿਆਂ ਨੇ ਜਿਵੇਂ ਆਸਾਰਾਮ ਵਰਗਿਆਂ ਨੇ ਬੜਾ ਕੁਝ ਇੱਥੇ ਬਣਾ ਪੈਦਾ ਕੀਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸਮਾਗਮ ਵਿੱਚ ਕਿਹਾ ਸੀ ਕਿ ਅਸੀਂ ਕਾਕਾ ਅਗਲੇ 5 ਸਾਲਾਂ ਦੇ ਵਿੱਚ ਪੰਜਾਬ ਦੀ ਧਰਤੀ ਦਾ ਜਿਹੜਾ ਜੰਗਲਾਤ ਹੈ ਉਹ 7% ਤੋਂ ਵਧਾ ਕੇ 14 ਕਰ ਦਿਆਂਗੇ। 14% ਕੀਤਾ, ਉਲਟਾ 6.30 ਹੋ ਗਿਆ। ਸਤਿ ਸ਼੍ਰੀ ਅਕਾਲ ਜੀ, ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਰੂਬਰੂ ਹੋ ਰਹੇ ਹਾਂ। ਇਸ ਵੇਲੇ ਭਾਰਤ ਦੇਸ਼, ਦੁਨੀਆ ਭਰ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਨੇ, ਪੰਜਾਬ ਦੇ ਵਿੱਚੋਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੁਖਾਵੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਤੇ ਕਿੰਨੇ ਕੁ ਕੇਸ ਜਿਹੜੇ ਨੇ ਹੁਣ ਤੱਕ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਸਾਹਮਣੇ ਆ ਰਹੇ ਨੇ। ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਦੁਕਾਨਾਂ ਜਾਂ ਆਮ ਜਿਹੜਾ ਜਨਜੀਵਨ ਕਿਸ ਤਰੀਕੇ ਦੇ ਨਾਲ ਸ਼ੁਰੂ ਹੋਏਗਾ, ਕਿਵੇਂ ਦੀਆਂ ਜਿਹੜੀਆਂ ਰਿਆਇਤਾਂ, ਛੋਟਾਂ ਕਦੋਂ ਮਿਲਣਗੀਆਂ, ਇਹਨਾਂ ਸਾਰਿਆਂ ਉੱਤੇ ਅਸੀਂ ਚਰਚਾ ਕਰਾਂਗੇ। ਇੱਕ ਬਠਿੰਡਾ ਦੇ ਵਿੱਚ ਕੱਲ ਜਿਹੜਾ ਟਰੱਕ ਭਰ ਕੇ ਗਵਾਲੀਅਰ ਤੋਂ ਲੋਕਾਂ ਦਾ ਪਹੁੰਚਿਆ, ਉਸ ਉੱਤੇ ਵੀ ਕਾਫੀ ਸਵਾਲ ਖੜੇ ਹੋਏ ਕਿ ਕਈ ਨਾਕੇ ਲੰਘ ਕੇ ਉਹ ਟਰੱਕ ਜਿਹੜਾ ਆ ਸੈਂਕੜੇ ਕਿਲੋਮੀਟਰ ਦਾ, 500 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਜਿਹੜਾ ਤੈਅ ਕਰਦਾ ਹੋਇਆ ਉਹ ਪੰਜਾਬ ਪਹੁੰਚ ਗਿਆ। ਕਿਵੇਂ ਪਹੁੰਚਿਆ, ਉਸ ਉੱਤੇ ਵੀ
ਸਵਾਲ ਉੱਠ ਰਹੇ ਨੇ। तमाम ਖਬਰਾਂ ਤੇ ਅਸੀਂ ਚਰਚਾ ਕਰਾਂਗੇ। ਚੀਨ ਦੇ ਵੁਹਾਨ ਸ਼ਹਿਰ ਤੋਂ ਕਿਸ ਤਰ੍ਹਾਂ ਦੀ ਖਬਰ ਸਾਹਮਣੇ ਆ ਰਹੀ ਹੈ ਉਸ ਉੱਤੇ ਵੀ ਗੱਲਬਾਤ ਕਰਾਂਗੇ। ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ। ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਜੀ। ਢਿੱਲੋਂ ਸਾਹਿਬ, ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਵੇਲੇ ਦੁਨੀਆ ਭਰ 'ਚ? ਕਿੰਨੇ ਕੁ ਕੇਸ ਜਿਹੜੇ ਨੇ ਉਹ ਸਾਹਮਣੇ ਆ ਗਏ ਨੇ? ਦੇਖੋ, ਗੱਲ ਇਹ ਹੈਗੀ ਹੈ ਕਿ ਅਜੇ ਗਿਣਤੀ ਘਟ ਨਹੀਂ ਰਹੀ ਜਿਵੇਂ ਘਟਣੀ ਚਾਹੀਦੀ ਸੀ। ਲਗਾਤਾਰ ਵਿਸ਼ਵ ਪੱਧਰ ਦੇ ਉੱਤੇ ਇਹ ਗਿਣਤੀ ਵੱਧਦੀ ਜਾ ਰਹੀ ਹੈ, ਜਿਹੜੀ ਚਿੰਤਾ ਦਾ ਵਿਸ਼ਾ। ਦੇ ਨਾਲ ਸੁਖਾਵੀਂ ਗੱਲ ਇਹ ਹੈਗੀ ਹੈ ਕਿ ਠੀਕ ਹੋਣ ਵਾਲਿਆਂ ਦੀ ਗਿਣਤੀ ਦੇ ਵਿੱਚ ਵੀ ਕਾਫੀ ਇਜ਼ਾਫਾ ਹੋਇਆ, ਕਾਫੀ ਵਾਧਾ ਹੋਇਆ ਹੈਗਾ, ਜਿਹਦੇ ਨਾਲ ਥੋੜ੍ਹੀ ਬਹੁਤੀ ਸੰਤੁਸ਼ਟੀ ਕਰਨੀ ਬਣਦੀ ਹੈ ਜੀ। ਜੇ ਆਪਾਂ ਵਿਸ਼ਵ ਪੱਧਰ ਦੇ ਉੱਤੇ ਇਸ ਵੇਲੇ ਦੇਖਿਆ ਜਾਵੇ, ਜਿਹੜਾ ਬੀਤੀ ਰਾਤ ਅੱਧੀ ਰਾਤ ਤੱਕ ਦਾ ਅੰਕੜਾ ਹੈਗਾ, 29,40,993 ਕੇਸ ਵਿਸ਼ਵ ਪੱਧਰ ਤੇ ਉੱਤੇ ਆਏ, ਜਿਨ੍ਹਾਂ ਦੇ ਵਿੱਚੋਂ 2,03,000 ਤੋਂ ਵੱਧ ਮੌਤਾਂ ਹੋ ਗਈਆਂ। 8,42,000 ਦੇ ਲਗਭਗ ਜਿਹੜੇ ਆ ਉਹ ਬੰਦੇ ਠੀਕ ਹੋਏ ਨੇ, ਜਿਹਦੇ ਤੋਂ ਖੁਸ਼ੀ ਦੀ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ ਚੌਥਾ ਹਿੱਸਾ, ਜਿਹੜਾ 3.5% ਹਿੱਸਾ ਹੈਗਾ, ਉਹ ਠੀਕ ਹੋਣ ਵਾਲੇ ਪਾਸੇ ਨੂੰ ਚੱਲਿਆ। ਇਹਦੇ ਵਿੱਚ ਅਜੇ ਵੀ ਜਿਹੜਾ ਵਿਸ਼ਵ ਦੀ ਸੁਪਰ ਪਾਵਰ ਮੰਨਿਆ ਜਾਂਦਾ ਸੀਗਾ ਅਮਰੀਕਾ, ਤੇ ਕਰੋਨਾ ਦੇ ਵਿੱਚ ਵੀ ਸੁਪਰ ਪਾਵਰ ਅਮਰੀਕਾ ਹੀ ਹੈ। ਉੱਥੇ ਜਿਹੜੀ ਗਿਣਤੀ ਹੈ 9,60,000 ਤੋਂ ਵੱਧ ਗਈ ਹੈ, ਮਤਲਬ ਪੌਣੇ 10 ਲੱਖ ਇਕੱਲੇ ਅਮਰੀਕਾ ਦੇ ਵਿੱਚ ਕਰੋਨਾ ਤੋਂ ਪੀੜਤ ਹੈਗੇ ਨੇ। 54,265 ਉੱਥੇ ਮੌਤਾਂ ਹੋ ਚੁੱਕੀਆਂ ਨੇ, ਪਰ 1,16,000 ਜਿਹੜਾ ਵਿਅਕਤੀ ਹੈ ਉਹ ਠੀਕ ਵੀ ਹੋ ਗਏ ਨੇ। ਠੀਕ ਹੈ ਜੀ। ਦੂਜਾ ਆ ਜਾਓ ਫਿਰ ਤੁਸੀਂ ਸਪੇਨ। ਸਪੇਨ ਦੇ ਵਿੱਚ ਇਹ ਗਿਣਤੀ ਜਿਹੜੀ ਹੈਗੀ ਹੈ 2,23,759, ਮੌਤਾਂ ਦੀ ਗਿਣਤੀ 22,902 ਤੇ 95,000 ਤੋਂ ਵੱਧ ਬੰਦਾ ਠੀਕ ਹੋ ਗਿਆ। ਭਾਵ ਅਮਰੀਕਾ ਦੇ ਵਿੱਚ ਜਿੱਥੇ 9 ਲੱਖ ਦੇ ਵਿੱਚੋਂ 1,18,000 ਬੰਦਾ ਠੀਕ ਹੋਇਆ, ਉੱਥੇ ਸਪੇਨ ਦੇ ਵਿੱਚ 2.25 ਲੱਖ ਦੇ ਵਿੱਚੋਂ 95,708, ਲੱਖ ਹੀ ਮੰਨ ਲਓ, ਲੱਖ ਦੇ ਲਗਭਗ। ਭਾਵ ਇਹ 46-47% ਹੈ ਜਿਹੜੀ ਠੀਕ ਹੋਣ ਦੀ ਰੇਸ਼ੋ ਹੈ। ਇਹ ਇੱਕ ਸ਼ੁਭ ਸ਼ਗਨ ਕਿਹਾ ਜਾ ਸਕਦਾ ਕਿ ਇਸ ਪਾਸੇ ਵੱਲ ਨੂੰ ਚੱਲੇ ਆ। ਅੱਗੇ ਆ ਜਾਓ ਤੁਸੀਂ ਭਾਰਤ ਦੀ ਗੱਲ ਜੀ। ਭਾਰਤ ਦੇ ਵਿੱਚ 27,683 ਕੱਲ ਸ਼ਾਮ ਤੱਕ ਦਾ ਅੰਕੜਾ ਸੀ। 876 ਮੌਤਾਂ ਹੋ ਚੁੱਕੀਆਂ ਨੇ। 5900 ਬੰਦਾ ਜਿਹੜਾ ਹੈਗਾ ਇੱਥੇ ਠੀਕ ਹੋ ਗਿਆ। ਜੇ ਦੇਖਿਆ ਜਾਵੇ ਤਾਂ 20 ਅਪ੍ਰੈਲ ਨੂੰ ਇਹ 17,000 ਗਿਣਤੀ ਸੀ। ਭਾਵ ਇਸ ਜਿਹੜਾ ਇੱਕ ਹਫ਼ਤੇ ਦੇ ਵਿੱਚ ਇੱਥੇ 10,000 ਤੋਂ ਵੱਧ ਮਰੀਜ਼ ਜਿਹੜੇ ਨੇ ਉਹ ਸਾਹਮਣੇ ਆ ਗਏ। ਸਾਡੇ ਨਾਲ ਕਾਲਰ ਜੁੜ ਗਏ ਨੇ, ਅਸੀਂ ਕਾਲਰ ਲੈ ਲਈਏ। ਸਾਡੀ ਗੱਲਬਾਤ ਵੀ ਜਾਰੀ ਹੈ। ਸਵਾਗਤ ਹੈ ਜੀ ਤੁਹਾਡਾ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ। ਪਿਆਰਾ ਸਿੰਘ ਅਮਰੀਕਾ ਤੋਂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਤੇ ਸਭ ਡਾਕਟਰ ਹਰਸ਼ਿੰਦਰ ਕੌਰ ਦਾ ਪ੍ਰੋਗਰਾਮ ਬਹੁਤ ਜ਼ਿਆਦਾ ਵਧੀਆ। ਕਾਰਨ ਕਿਹਾ ਕਿ ਉਹ ਡੁੱਬਦੇ ਨੂੰ ਤਨਕੇ ਸਾਰੇ ਅੱਜ ਕੱਲ੍ਹ ਵਾ ਜੀ, ਜਦ ਕਿ ਸਾਡਾ ਪੰਡਤ ਤੇ ਮਿੰਕਾ ਦਾ ਪੰਡਤ ਲੋਕਾਂ ਨੂੰ ਮਰਵਾਉਣ ਦੇ ਚੱਕਰ ਦੇ ਵਿੱਚ ਹੈ ਜਾਂ ਮਨ ਕੀ ਬਾਤ ਹੈ ਇਹ ਕੰਮ ਕਰ ਰਿਹਾ। ਪਰ ਡਾਕਟਰ ਹਰਸ਼ਿੰਦਰ ਕੌਰ ਬਹੁਤ ਹੀ ਮਦਦ ਕਰ ਰਿਹਾ ਲੋਕਾਂ ਨੂੰ ਪ੍ਰਭਾਵ ਦੇਣ ਦੇ ਵਿੱਚ, ਕਿਉਂਕਿ ਬੰਦੇ ਨੂੰ ਥੋੜੇ ਜਿਹੇ ਪ੍ਰਭਾਵ ਨੇ ਤਾਂ ਬੰਦਾ ਤਗੜਾ ਹੋ ਜਾਂਦਾ ਤੇ ਤਗੜਾ ਇਹ ਬਿਮਾਰੀ ਨੂੰ ਮਾਰ ਦੇ ਦਿੰਦਾ। ਧੰਨਵਾਦ ਜੀ, ਮਿਹਰਬਾਨੀ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਢਿੱਲੋਂ ਸਾਹਿਬ, ਅਸੀਂ ਹਾਲਾਤ ਦੀ ਗੱਲ ਕਰ ਰਹੇ ਸੀ ਕਿ ਭਾਰਤ ਦੇ ਵਿੱਚ ਕਿਤੇ 27,000 ਪਹੁੰਚ ਗਈ ਹੈ, 17,000 ਤੋਂ ਆ ਕੇ ਹੁਣ 27,000 ਤੇ ਪਹੁੰਚ ਗਈ ਹੈ। 17,000 ਤੋਂ 27,000 ਪਹੁੰਚ ਗਈ ਹੈ। 10,000 ਦਾ ਜਿਹੜਾ ਵਾਧਾ ਹੈਗਾ ਉਹ ਇੱਕ ਹਫ਼ਤੇ ਦੇ ਵਿੱਚ ਹੀ ਹੋਇਆਗਾ, ਜਿਹੜਾ ਕਿ ਚਿੰਤਾ ਦਾ ਵਿਸ਼ਾ ਬਣਦਾ ਹੈ। ਹੁਣ 1 ਮਹੀਨੇ ਤੋਂ ਇੱਥੇ ਲਾਕਡਾਊਨ ਚੱਲ ਰਿਹਾ ਹੈ। ਇਹਦੇ ਬਾਵਜੂਦ ਵੀ ਜੇ 10,000 ਗਿਣਤੀ ਵੱਧਦੀ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਜਿਹੜੀਆਂ ਅਤਿਹਾਤ ਵਰਤਣ ਵਾਲਾ ਮਾਮਲੇ 'ਚ ਉਹਦੇ 'ਚ ਗੰਭੀਰਤਾ ਨਹੀਂ ਦਿਖਾਈ। ਢਿੱਲੋਂ ਸਾਹਿਬ, ਰਿਪੋਰਟਾਂ ਇਹ ਵੀ ਕਹਿੰਦੀਆਂ ਨੇ ਕਿ ਪਿਛਲੇ 24 ਘੰਟਿਆਂ ਦੇ ਵਿੱਚ ਭਾਰਤ ਵਿੱਚ 1975 ਨਵੇਂ ਮਾਮਲੇ ਆਏ। ਮੈਂ ਉਹੀ 47 ਮੌਤਾਂ ਹੋ ਗਈਆਂ। ਕਿਤੇ ਨਾ ਕਿਤੇ ਖਾਮੀਆਂ, ਉਹੀ ਕੋਸ਼ਿਸ਼ਾਂ ਤਾਂ ਬਹੁਤ ਹੋ ਰਹੀਆਂ ਨੇ। ਉਹੀ ਕਹਿ ਰਿਹਾ ਕਿ ਜੇ ਇਹਦੇ ਵਿੱਚ ਖਾਮੀਆਂ ਨੇ, ਲੋਕ ਲਾਕਡਾਊਨ ਦਾ ਉਹ ਤਰ੍ਹਾਂ ਮਤਲਬ ਮਦਦ ਨਹੀਂ ਕਰ ਰਹੇ, ਸਹਿਯੋਗ ਨਹੀਂ ਦੇ ਰਹੇ, ਇਹੋ ਕਾਰਨ ਹੈ। ਜੇ ਲਾਕਡਾਊਨ ਇੱਥੇ ਨਾ ਹੁੰਦਾ ਤਾਂ ਅਮਰੀਕਾ ਤੋਂ ਪਹਿਲਾਂ ਭਾਰਤ ਦਾ ਨਾਂ ਹੁੰਦਾ। ਸਾਨੂੰ ਸੁੱਖ ਮੰਗਣੀ ਚਾਹੀਦੀ ਹੈ ਕਿ ਇਹ ਗਿਣਤੀ ਨਾ ਵਧੇ। ਲੋਕ ਜਿਹੜੇ ਬਿਨਾਂ ਮਤਲਬ ਦੇ ਉੱਤੋਂ ਮੰਡੀਰ ਜਿਹੜੀ ਹੈ ਉਹ ਤੁਰੀ ਫਿਰਦੀ ਹੈ, ਉਹਨੂੰ ਨੱਥ ਪਾਉਣੀ ਚਾਹੀਦੀ ਹੈ। ਜੇ ਤੁਸੀਂ ਨੱਥ ਨਾ ਪਾਈ, ਮੈਂ ਅੱਜ ਇਸ ਮਾਧਿਅਮ ਦੇ ਰਾਹੀਂ ਤੁਹਾਡੀ ਗੱਲ ਕਰਦਾ ਕਿ ਜੇ ਨੱਥ ਨਾ ਪਾਏਗੀ ਤਾਂ ਤੁਹਾਡੇ ਤੇ ਦੁਬਾਰਾ ਸਖਤੀ ਆਲਾ ਡੰਡਾ ਪੁਲਿਸ ਦਾ ਆਏਗਾ। ਅੱਜ ਪੁਲਿਸ ਲੋਕਾਂ ਦੀ ਮਦਦ ਕਰ ਰਹੀ ਹੈ, ਪੁਲਿਸ ਦਾ ਅਕਸ਼ ਬਦਲਿਆ ਹੋਇਆ ਹੈ, ਪੁਲਿਸ ਨਜ਼ਰ ਆ ਰਹੀ ਹੈ ਅਕਸ਼ ਬਦਲੇ ਦੇ ਵਿੱਚ। ਪਰ ਤੁਸੀਂ ਮਜਬੂਰ ਨਾ ਕਰੋ ਕਿ ਪੁਲਿਸ ਨੂੰ ਉਹੀ ਡੰਡਾ ਜਿਹੜਾ ਸੀਗਾ ਪਹਿਲਾਂ ਚੱਕਿਆ ਗਿਆ ਉਹ ਫੇਰ ਦਿਖਾਉਣਾ ਪੈ ਜੇ। ਸਾਡੇ ਕੁਝ ਫਰਜ਼ ਬਣਦੇ ਨੇ, ਅਸੀਂ ਇਹਦਾ ਤੇ ਇਤਿਹਾਤ ਵਰਤ ਗਏ। ਤੇ ਜੇ ਕਿਉਂਕਿ ਜਿਹੜੇ ਨੂੰ ਜ਼ਰੂਰੀ ਕੰਮ ਹੈ, ਕੋਈ ਬਿਮਾਰ ਹੈ, ਕੋਈ ਹੋਰ ਕੰਮ ਹੈ, ਇਸ ਵੇਲੇ ਹਾੜੀ ਦਾ ਸੀਜ਼ਨ ਸਿਰ ਤੇ ਉੱਤੇ ਪਿਆ, ਉਹਨੂੰ ਜਾਣਾ ਚਾਹੀਦਾ ਹੈ।
ਹੁਣ ਜੇ ਆਪਾਂ ਦੇਖਿਆ ਜਾਵੇ ਭਾਰਤ ਦੀ ਜਿਹੜੀ ਸਥਿਤੀ ਹੈਗੀ ਹੈ, ਭਾਰਤ ਦੇ ਵਿੱਚ ਅੱਜ ਵੀ ਮਹਾਰਾਸ਼ਟਰ ਸਭ ਤੋਂ ਵੱਧ ਹੈਗਾ। 7625 ਉੱਥੇ ਕੇਸ ਆਏ ਨੇ, 323 ਮੌਤਾਂ। ਤਾਮਿਲਨਾਡੂ ਦੇ ਵਿੱਚ 1821 23 ਮੌਤਾਂ। ਦਿੱਲੀ ਦੇ ਵਿੱਚ ਵੀ ਇਹ ਗਿਣਤੀ ਹੋਰ ਵੱਧ ਗਈ ਹੈ, 2625 54 ਮੌਤਾਂ। ਰਾਜਸਥਾਨ ਦੇ ਵਿੱਚ 2083 33 ਮੌਤਾਂ। ਗੁਜਰਾਤ ਦੇ ਵਿੱਚ ਇਹ ਅੰਕੜਾ 3071 133 ਮੌਤਾਂ। ਸਾਡੇ ਨਾਲ ਢਿੱਲੋਂ ਸਾਹਿਬ ਕਾਲਰ ਜੁੜ ਗਏ ਨੇ, ਸਾਡੀ ਗੱਲਬਾਤ ਜਾਰੀ ਹੈ ਜੀ। ਸਵਾਗਤ ਹੈ ਜੀ ਤੁਹਾਡਾ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਮੈਂ ਕਲਾਰ ਬੋਲ ਰਿਹਾ ਸਭ ਤੁਹਾਡੀ ਆਵਾਜ਼ ਪਛਾਣ ਲਈ ਅਸੀਂ, ਸਵਾਗਤ ਹੈ। ਹਾਂਜੀ, ਬਹੁਤ ਮਿਹਰਬਾਨੀ ਭਾਜੀ। ਅੱਛਾ ਵੀਰ ਜੀ, ਗੱਲ ਇਦਾਂ ਆ ਵੀ ਆ ਕਰੋਨਾ ਬਾਰੇ ਤਾਂ ਤੁਸੀਂ ਸਾਰੀ ਜਾਣਕਾਰੀ ਦੇਈ ਜਾਂਦੇ ਆ, ਜੋ ਵੀ ਲੋਕਡਾਊਨ ਵਗੈਰਾ, ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਤੁਹਾਡੇ ਕੋਲ ਕੋਈ ਇਹ ਜਾਣਕਾਰੀ ਹੈਗੀ ਆ ਕਿ ਅਮਰੀਕਾ ਦੇ ਤਾਂ ਚਾਈਨਾ ਦੇ ਆਪਸ ਵਿੱਚ ਹੀ ਕਿਹੋ ਜਿਹੇ ਹੁਣ ਸੰਬੰਧ ਨੇ, ਜਿਹੜੇ ਸਾਊਥ ਚਾਈਨਾ ਦੀ ਸਾਈਡ ਤੇ ਕਹਿੰਦੇ ਨੇ ਕੋਈ ਬੇੜੇ ਚੱਲ ਗਏ ਨੇ, ਕਿ ਲੜਾਈ ਦਾ ਮਾਹੌਲ ਤਾਂ ਨਹੀਂ ਬਣ ਜਾਂਦਾ? ਜੇ ਕੋਈ ਉਹਦੇ ਬਾਰੇ ਤੁਹਾਡੇ ਕੋਲ ਗਿਆਨ ਹੈ ਤਾਂ ਭਾਜੀ ਸਾਂਝਾ ਕਰ ਦਿਓ। ਓਕੇ ਵੀਰ ਜੀ, ਜੀ ਸ਼ੁਕਰੀਆ ਜੀ। ਢਿੱਲੋਂ ਸਾਹਿਬ ਹੈ। ਧੰਨਵਾਦ ਕੁਲਾਰ ਸਾਹਿਬ। ਪਹਿਲਾਂ ਅਸੀਂ ਆ ਗਿਣਤੀ ਬਾਰੇ ਕਰ ਦਈਏ। ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਸੀਗਾ 2096 99 ਮੌਤਾਂ। ਉੱਤਰ ਪ੍ਰਦੇਸ਼ ਦੇ ਵਿੱਚ 1843 29 ਮੌਤਾਂ। ਹਿਮਾਚਲ ਦੇ ਵਿੱਚ 41 ਮੌਤਾਂ 2 ਹੋਈਆਂ ਨੇ। ਇਟਲੀ ਦੇ ਵਿੱਚ ਜਿਹੜੀ ਇਹ ਗਿਣਤੀ ਹੈ 1,95,352 26,384 ਮੌਤਾਂ। ਜਰਮਨੀ ਦੇ ਵਿੱਚ 1,56,727 ਤੇ ਮੌਤਾਂ ਦੀ ਜਿਹੜੀ ਗਿਣਤੀ ਹੈ 5800 ਤੋਂ ਵੱਧ ਹੈ। ਬਰਤਾਨੀਆ ਦੇ ਵਿੱਚ 1,52,840 20,700 ਜਿਹੜੀਆਂ 32 ਮੌਤਾਂ ਨੇ। ਫਰਾਂਸ ਦੇ ਵਿੱਚ 1,61,484 22,614 ਮੌਤਾਂ ਹੋਈਆਂ ਨੇ। ਇਹ ਜਿਹੜੀ ਗਿਣਤੀ ਹੈ, ਰੋਜ਼ ਅੰਕੜਾ ਜਿਹੜਾ ਵੱਧ ਹੈ। ਸਾਡੀ ਸੰਤੁਸ਼ਟੀ ਉਸ ਦਿਨ ਹੋਏਗੀ ਜਿੱਦੇ ਇਹ ਅੰਕੜਾ ਵਧਣ ਦੀ ਥਾਂ ਤੇ ਘਟਣ ਵਾਲੇ ਪਾਸੇ ਨੂੰ ਜਾਏਗਾ। ਜਿਵੇਂ ਵਿਸ਼ਵ ਪੱਧਰ ਦੇ ਵਿੱਚ 8,42,000 ਬੰਦੇ ਠੀਕ ਹੋਏ ਨੇ, ਅਸੀਂ ਉਦੋਂ ਸੰਤੁਸ਼ਟ ਹੋਵਾਂਗੇ ਜਿੱਦੇ ਜਿਹੜੀ ਟੋਟਲ ਗਿਣਤੀ ਹੈ, ਜਿਵੇਂ 29,40,000 ਹੈ, ਕਿ ਠੀਕ ਹੋਣ ਵਾਲੀ ਦੀ 29,40,000 ਹੋਵੇ ਤੇ ਦੂਜੀ ਜਿਹੜੀ ਆ ਉਹ 8 ਲੱਖ ਹੋਵੇ। ਸਾਰੇ ਬੰਦੇ ਸਿਹਤਯਾਬ ਹੋਣ, ਸਾਡੀ ਇਹ ਕਾਮਨਾ ਹੈ। ਹੁਣ ਜਿਹੜਾ ਕੁਲਾਰ ਸਾਹਿਬ ਨੇ ਸਵਾਲ ਪੁੱਛਿਆ ਹੈਗਾ ਕਿ ਜਿਹੜਾ ਅਮਰੀਕਾ ਤੇ ਚੀਨ ਦੇ ਸੰਬੰਧ, ਹਾਂ ਚੀਨ ਦੇ ਸੰਬੰਧ ਹੈ, ਇਸ ਵੇਲੇ ਅਮਰੀਕਾ ਤੇ ਚੀਨ ਦੇ ਜਿਹੜੇ ਸੰਬੰਧ ਨੇ ਉਹ ਸੁਖਾਵੇਂ ਨਹੀਂ ਹੈਗੇ। ਬਿਲਕੁਲ। ਅਮਰੀਕਾ ਕੁੱਲ ਮਿਲਾ ਕੇ ਦੋਸ਼ ਇਹ ਲਾ ਰਿਹਾ ਹੈਗਾ ਕਿ ਇਹ ਸਾਰੇ ਦਾ ਸਾਰਾ ਜਿਹੜਾ ਵਾਇਰਸ ਹੈ ਉਹ ਵੁਹਾਨ ਸ਼ਹਿਰ ਦੀ ਜਿਹੜੀ ਪ੍ਰਯੋਗਸ਼ਾਲਾ ਉੱਥੋਂ ਸ਼ੁਰੂ ਹੋਇਆ। ਉੱਥੋਂ ਹੋ ਕੇ ਇਹ ਜਦੋਂ ਬੇਕਾਬੂ ਹੋ ਗਿਆ, ਚਮਗਾਦੜਾਂ ਤੇ ਇੱਕ ਕਿੰਟਾ ਬਿਨ ਸ਼ਾਇਦ ਇਹੋ ਜਿਹਾ ਕੋਈ ਨਾਂ ਹੈਗਾ, ਉਹਦੇ ਉੱਤੇ, ਉਹ ਵੀ ਇੱਕ ਜਾਨਵਰ ਹੈ, ਉਹ ਸਿਉਂਕ ਵਗੈਰਾ ਉਹਦੀ ਖੁਰਾਕ ਹੈ, ਉਹਦੇ ਚੋਂ ਪੈਦਾ ਹੋਇਆਗਾ। ਇਸ ਨੂੰ ਗੈਰ ਕੁਦਰਤੀ ਕਿਹਾ ਜਾ ਸਕਦਾ, ਮਨੁੱਖ ਦਾ ਪੈਦਾ ਕੀਤਾ। ਇਹ ਬੇਕਾਬੂ ਹੋ ਗਿਆ। ਮਤਲਬ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਕਿ ਅਮਰੀਕਾ ਜਿਹੜੀ ਵਿਸ਼ਵ ਪਾਵਰ ਹੈ ਜਾਂ ਚੀਨ ਵਿਸ਼ਵ ਪਾਵਰ ਹੈ। ਅਮਰੀਕਾ ਨੇ ਜਿਹੜੀ ਵਿਸ਼ਵ ਪਾਵਰ ਮੰਨਿਆ ਜਾਂਦਾ ਸੀ ਤੇ ਚੀਨ ਉਸ ਨੂੰ ਹਥਿਆਉਣ ਵਾਸਤੇ ਇਹ ਦੋਸ਼ ਲੱਗਦੇ ਆ ਜਿਹੜੇ ਅਮਰੀਕਨ ਰਾਸ਼ਟਰਪਤੀ ਆ ਟਰੰਪ ਹੋਰਾਂ ਵੱਲੋਂ, ਡੋਨਾਲਡ ਟਰੰਪ, ਕਿ ਉਹਨਾਂ ਨੇ ਸਾਡੇ ਤੋਂ ਇਹ ਕਾਬੂ ਕਰਨ ਵਾਸਤੇ ਇਸ ਵਾਇਰਸ ਨੂੰ ਪੈਦਾ ਕੀਤਾ। ਜਦੋਂ ਇਹ ਵਾਇਰਸ ਬੇਕਾਬੂ ਹੋ ਗਿਆ, ਮੈਂ ਸਮਝਦਾ ਵਿਸ਼ਵ ਪੱਧਰ ਦੇ ਉੱਤੇ ਉਹ ਗੰਭੀਰਤਾ ਨਹੀਂ ਦਿਖਾਈ ਗਈ। ਭਾਵੇਂ ਅਮਰੀਕਾ ਨੇ ਇਸ ਮਾਮਲੇ ਦੇ ਵਿੱਚ ਜਿਹੜਾ WHO ਹੈ, ਵਿਸ਼ਵ ਸਿਹਤ ਸੰਗਠਨ, ਉਹਦੇ ਤੇ ਵੀ ਦੋਸ਼ ਲਾਇਆ ਕਿ ਉਹ ਚੀਨ ਤੋਂ ਮਦਦ ਲੈ ਕੇ ਉਹਨਾਂ ਨੇ ਆਪਣੀ ਭੂਮਿਕਾ ਅਦਾ ਨਹੀਂ ਕੀਤੀ। ਉਹਨਾਂ ਨੇ ਉਹਨਾਂ ਦੀ ਜਿਹੜੀ ਰਾਸ਼ੀ ਹੈ ਜੋ ਸਹਾਇਤਾ ਕਰਦੇ ਨੇ ਉਹ ਰੋਕੀ ਹੈ। ਹਾਲਾਂਕਿ ਚੀਨ ਨੇ ਉਹਨਾਂ ਨੂੰ ਇਸ ਵੇਲੇ ਸਹਾਇਤਾ ਦਿੱਤੀ ਹੈ। ਇਹ ਸਾਰੇ ਦੇ ਸਾਰਾ ਜਿਹੜਾ ਮਾਮਲਾ ਹੈ ਉਹ ਜਾਂਚ ਦਾ ਮਾਮਲਾ ਹੈਗਾ। ਜਿਹੜੀਆਂ ਇਲਜ਼ਾਮਬਾਜ਼ੀ ਹੈ ਨਾ ਢਿੱਲੋਂ ਸਾਹਿਬ, ਜਿਵੇਂ ਅਖਬਾਰਾਂ ਵਿੱਚ ਇਹ ਵੀ ਲੱਗੀਆਂ ਕਿ ਜਦੋਂ ਟਰੰਪ ਸਾਹਿਬ ਨੂੰ ਸਵਾਲ ਪੁੱਛੇ ਜਾ ਰਹੇ ਨੇ ਤਾਂ ਉਹ ਤਿੱਖੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਇਹੀ ਕਹਿੰਦੇ ਨੇ ਕਿ ਜਿਹੜੀ ਰੋਜ਼-ਰੋਜ਼ ਪ੍ਰੈਸ ਕਾਨਫਰੰਸ ਕਰਨੀ ਹੈ ਸਮੇਂ ਦੀ ਬਰਬਾਦੀ ਹੈ। ਸਵਾਲਾਂ ਦਾ ਜਵਾਬ ਤਾਂ ਦੇਣਾ ਪਏਗਾ ਨਾ। ਜਦੋਂ ਕਿਸੇ ਟੀਕੇ ਨੂੰ ਕਹਿ ਰਹੇ ਨੇ ਕਿ ਕੀਟਾਣੂ ਰਹਿਤ ਟੀਕੇ ਦਾ ਲੋਕਾਂ ਦੇ ਉੱਤੇ ਐਕਸਪੈਰੀਮੈਂਟ ਕੀਤਾ ਜਾ ਰਿਹਾ ਤਾਂ ਅਮਰੀਕਾ ਤੋਂ ਸਵਾਲ ਪੁੱਛੇ ਜਾਂਦੇ ਨੇ, ਬਾਅਦ ਵਿੱਚ ਉਹ ਕਹਿ ਦਿੰਦੇ ਨੇ ਕਿ ਮੈਂ ਤਾਂ ਮਜ਼ਾਕ ਕੀਤਾ ਸੀ। ਇੱਕ ਪਾਸੇ ਕਹਿੰਦੇ ਨੇ ਕਿ ਖਬਰਾਂ ਬਣਾਉਣ ਦੇ ਲਈ ਕਈ ਚੈਨਲ ਜਿਹੜੇ ਨੇ ਆਪਣੀ TRP ਵਧਾਉਣ ਲਈ ਫਰਜ਼ੀ ਖਬਰਾਂ ਬਣਾ ਦਿੰਦੇ ਨੇ। ਸੁਖਵਿੰਦਰ, ਡੋਨਾਲਡ ਟਰੰਪ ਜਿਹੜੇ ਆ ਨਾ ਉਹ ਪੈਰ ਦੇ ਉੱਤੇ ਨਵੀਂ ਗੱਲ ਕਰਦੇ ਆਉਂਦੇ ਨੇ। ਕਦੇ ਉਹ ਕੁਛ ਗੱਲ ਕਰਦੇ ਨੇ, ਇੱਕ ਪਾਸੇ ਉਹ ਭਾਰਤ ਨੂੰ ਧਮਕੀ ਦਿੰਦੇ ਸੀ ਕਿ ਜੇ ਤੁਸੀਂ ਜਿਹੜੀ ਹਾਈਡਰੋਕਸੋਕਲੋਰੋਕੁਈਨ ਦਵਾਈ ਸਾਨੂੰ ਨਾ ਦਿੱਤੀ ਤਾਂ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਦੂਜੇ ਦਿਨ ਫਿਰ ਉਹ ਸਵਾਗਤ ਕਰਨ ਵਾਲੇ ਪਾਸੇ ਤੁਰ ਪੈਂਦੇ ਨੇ। ਡੋਨਾਲਡ ਟਰੰਪ ਨੂੰ ਜਵਾਬ ਦੇਣਾ ਪਵੇਗਾ। ਤੁਸੀਂ ਆਪਦੇ ਦੇਸ਼ ਦੇ ਆਪ ਰੱਖਿਓ। ਜਦੋਂ ਦਸੰਬਰ ਦੇ ਮਹੀਨੇ ਦੇ ਵਿੱਚ ਚੀਨ ਦੇ ਵਿੱਚ ਇਹ ਕੇਸ ਆ ਗਏ ਸੀ ਤੇ ਪਤਾ ਲੱਗ ਗਿਆ ਸੀ ਵੁਹਾਨ ਸ਼ਹਿਰ ਦੇ ਵਿੱਚ ਕਿ ਇਹ ਵਾਇਰਸ ਜਿਹੜਾ ਹੈਗਾ ਬੇਕਾਬੂ ਹੋ ਗਿਆ,
ਮੇਰਾ ਖਿਆਲ ਹੈ ਜੇ ਉਸ ਵੇਲੇ ਇਤਿਹਾਤ ਵਰਤੀ ਜਾਂਦੀ, ਪਤਾ ਸੀ ਵੀ ਚੀਨ ਤੋਂ ਸ਼ੁਰੂ ਹੋਇਆ, ਇਹ ਵੱਡੀ ਪੱਧਰ ਤੇ ਜਾ ਸਕਦਾ ਹੈ। ਇਹ ਜੈਵਿਕ ਯੁੱਧ ਹੈ ਇੱਕ ਕਿਸਮ ਦਾ, ਕਿਉਂਕਿ ਯੁੱਧ ਦੇ ਵਿੱਚ ਵੀ ਤਾਂ ਮਨੁੱਖੀ ਨੁਕਸਾਨ ਹੁੰਦਾ ਹੈਗਾ, ਜਾਇਦਾਦਾਂ ਦਾ ਨੁਕਸਾਨ ਹੁੰਦਾ ਹੈਗਾ। ਹੁਣ ਵੀ ਜਿਹੜਾ ਮਨੁੱਖੀ ਨੁਕਸਾਨ ਹੋ ਰਿਹਾ ਇਹਨੂੰ ਆਪਾਂ ਜੈਵਿਕ ਯੁੱਧ ਕਹਿ ਸਕਦੇ ਹਾਂ। ਉਸ ਮਾਮਲੇ ਦੇ ਵਿੱਚ ਜਿਹੜਾ ਕੁਲਾਰ ਸਾਹਿਬ ਦਾ ਸਵਾਲ ਸੀ ਕਿ ਕੀ ਇਹਨਾਂ ਦਾ ਯੁੱਧ ਹੋ ਸਕਦਾ ਹੈ, ਬਿਲਕੁਲ ਹੋ ਸਕਦਾ ਹੈਗਾ, ਕਿਉਂਕਿ ਜਿਹੜੀ ਵਿਸ਼ਵ ਤਾਕਤ ਹੈ ਉਸ ਦਾ ਇੱਕ ਰੌਲਾ ਬਹੁਤ ਵੱਡੀ ਪੱਧਰ ਤੇ ਚੱਲ ਰਿਹਾ ਹੈ। ਆਪਾਂ ਇਹ ਕਹਿਣਾ ਚਾਹਾਂਗੇ ਕਿ ਡੋਨਾਲਡ ਟਰੰਪ ਜਿਹੜੇ ਨੇ ਰਾਸ਼ਟਰਪਤੀ ਨੇ, ਜੇ ਉਹ ਇਹ ਕਹਿਣ ਕਿ ਮੈਂ ਜਵਾਬ ਨਹੀਂ ਦੇਣਾ, ਜਵਾਬਦੇਹੀ ਉਹਨਾਂ ਦੀ ਬਣਦੀ ਹੈਗੀ ਹੈ, ਉਹਨਾਂ ਨੂੰ ਦੇਣਾ ਚਾਹੀਦਾ। ਆਪਾਂ ਜਿਹੜੀ ਗੱਲ ਕਰ ਰਹੇ ਹਾਂ ਕਿ ਇਸ ਮਾਮਲੇ ਦੇ ਵਿੱਚ ਜੇ ਦਸੰਬਰ ਦੇ ਮਹੀਨੇ ਦੇ ਵਿੱਚ ਚੀਨ ਨੂੰ ਲੱਗ ਥਲੱਗ ਕਰ ਦਿੱਤਾ ਜਾਂਦਾ, ਉਹਨਾਂ ਦੇ ਨਾਲੋਂ ਸਾਰੇ ਸੰਪਰਕ ਤੋੜ ਲਏ ਜਾਂਦੇ, ਤਾਂ ਇਹ ਜਿਹੜਾ ਵਾਇਰਸ ਹੈ ਉਹ ਵਿਸ਼ਵ ਪੱਧਰ ਤੇ ਨਾ ਫੈਲਦਾ। ਹੁਣ ਸਾਨੂੰ ਇਹ ਰੱਖਣਾ ਚਾਹੀਦਾ ਕਿ ਵਿਸ਼ਵ ਪੱਧਰ ਦੇ ਵਿਗਿਆਨੀ ਇਸ ਮਾਮਲੇ ਦੇ ਵਿੱਚ ਲੱਗੇ ਨੇ। ਇੱਕ ਖੁਸ਼ੀ ਦੀ ਖਬਰ ਇਹ ਹੈ ਕਿ ਜਿਸ ਵੁਹਾਨ ਸ਼ਹਿਰ ਦੇ ਵਿੱਚੋਂ ਸੁਖਵਿੰਦਰ ਇਹ ਵਾਇਰਸ ਸ਼ੁਰੂ ਹੋਇਆ ਸੀ, ਉਸ ਵਾਇਰਸ ਦੇ ਨਾਲ ਪ੍ਰਭਾਵਿਤ ਜਿਹੜਾ ਆਖਰੀ ਮਰੀਜ਼ ਸੀ ਵੁਹਾਨ ਸ਼ਹਿਰ ਦਾ, ਉਹ ਠੀਕ ਹੋ ਗਿਆ। ਸਾਨੂੰ ਇੱਕ ਦੂਜੇ ਦੇ ਨਾਲ ਕੜਤਰਾ ਕੱਢਣ ਦੀ ਥਾਂ ਤੇ ਜੇ ਚੀਨ ਕੋਲੇ ਇਸ ਦੀ ਕੋਈ ਦਵਾਈ ਹੈ ਤਾਂ ਉਸ ਦਾ ਜਿਹੜਾ ਸਾਂਝ ਕਰਨੀ ਚਾਹੀਦੀ ਆ, ਉਹਨਾਂ ਤੋਂ ਪੁੱਛਣਾ ਚਾਹੀਦਾ ਕਿ ਤੁਸੀਂ ਕਿਹੜੀ ਤਿਆਰ ਕੀਤੀ ਹੈ ਵੈਕਸੀਨ ਜਿਹਦੇ ਨਾਲ ਇਸ ਤੇ ਕਾਬੂ ਪਾਇਆ, ਬਜਾਏ ਅਸੀਂ ਇਸ ਵੇਲੇ ਵਿਸ਼ਵ ਪੱਧਰ ਦੇ ਉੱਤੇ ਇੱਕ ਦੂਜੇ ਨੂੰ ਅੱਖਾਂ ਦਿਖਾਈਏ, ਇੱਕ ਦੂਜੇ ਨੂੰ ਦੋਸ਼ੀ ਮੰਨੀਏ। ਹੁਣ ਜੇ ਇਹ ਬੇਕਾਬੂ ਤਾਂ ਹੋ ਗਿਆ, ਉਹ ਤਾਂ ਵਾਪਸ ਆਉਣਾ ਨਹੀਂ, ਪਰ ਇਸ ਨੂੰ ਕਿਵੇਂ ਸੋਧਿਆ ਜਾ ਸਕਦਾ, ਕਿਵੇਂ ਠੀਕ ਕੀਤਾ ਜਾ ਸਕਦਾ, ਉਸ ਮਾਮਲੇ ਦੇ ਵਿੱਚ ਮੇਰੇ ਖਿਆਲ UNO ਨੂੰ ਵੀ ਤੇ ਹੋਰ ਜਿਹੜੇ ਵਿਸ਼ਵ ਪੱਧਰੀ ਸਾਡੇ ਸੰਗਠਨ ਨੇ ਉਹਨਾਂ ਨੂੰ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਮਤਲਬ ਜਿਹੜੀਆਂ ਵਿਸ਼ਵ ਪੱਧਰ ਦੇ ਵਿਗਿਆਨੀ ਹੈ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਤੁਸੀਂ ਇਸ ਦੇ ਉੱਤੇ ਜਿਹੜਾ ਕੰਮ ਕਰ ਰਹੇ ਹੋ ਉਸ ਦਾ ਨਤੀਜਾ ਕਿਹਾ ਇਹ ਜਾ ਰਿਹਾ ਕਿ 80% ਜਿਹੜਾ ਤਜਰਬੇ ਆ ਪ੍ਰੀਖਣ ਨੇ ਉਹ ਕਾਮਯਾਬ ਹੋ ਗਏ ਨੇ। ਅਸੀਂ ਆਸ ਮੰਗਾਂਗੇ, ਅਸੀਂ ਸੁੱਖ ਮੰਗਾਂਗੇ ਕਿ ਇਹ 100% ਹੋਵੇ। ਜੀ, ਸਾਡੇ ਨਾਲ ਇੱਥੇ ਕਾਲਰ ਜੁੜ ਗਏ ਨੇ। ਸਵਾਗਤ ਹੈ ਜੀ ਤੁਹਾਡਾ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ ਸਾਡੇ ਤੱਕ। ਸਵਾਗਤ ਹੈ ਜੀ। ਲੋਕਾਂ ਦੇ ਹੈਗੇ ਵੈਸੇ ਮੇਰੇ ਬੜੇ ਰਿਸਪੈਕਟਡ ਹੈਗੇ, ਬੜਾ ਨੌਲੇਜ ਰੱਖਦੇ ਆ, ਪਰ ਪ੍ਰੋਬਲਮ ਇਹ ਹੈਗੀ ਆ ਤੁਸੀਂ ਮੀਡੀਆ ਦੇ ਅੰਕੜੇ ਰਿਲੀਜ਼ ਕਰ ਰਹੇ ਹੋ ਨਾ, ਕਿਸ ਹਾਲਤ ਦੇ ਵਿੱਚ ਵੀ ਇਹਦੇ ਨੇੜੇ ਤੇੜੇ ਨਹੀਂ ਹੈ। ਜਿਹੜਾ ਮੋਦੀ ਆ ਜਾਂ ਜਿਹੜਾ ਪ੍ਰੋਫੈਸਰ ਸਾਰਾ ਹੈਗਾ ਮੀਡੀਆ ਹੈਗਾ ਜਿਹੜਾ ਉਹਨਾਂ ਨੇ ਜਿੰਨੀ ਕਾ ਉਹ ਮੀਡੀਆ ਨੂੰ ਇਜਾਜ਼ਤ ਦਿੰਦੇ ਆ, ਮੀਡੀਆ ਉਹੀ ਇਨਫੋਰਮੇਸ਼ਨ ਦਿੰਦਾ ਹੈ। ਤੁਸੀਂ ਇਹ ਦੇਖੋ ਕਿ ਸੈਕੰਡ ਲਾਰਜ ਕੰਟਰੀ ਆ ਵਰਲਡ ਇੰਡੀਆ ਜਿਹੜਾ ਹੈਗਾ, ਔਰ ਜਿਹੜੇ ਉਹਦੇ ਜਿਹੜੇ ਤੁਸੀਂ ਅੰਕੇ ਕਿਉਂ ਦੇ ਹੱਥੋਂ ਵੀ ਨਹੀਂ ਹੈਗੇ ਆ। ਕਿੰਨੇ ਹਜ਼ਾਰ ਲੋਕ ਜਿਹੜੇ ਹੈਗੇ ਜਿਹੜੇ ਹਜੇ ਟੈਸਟ ਪਰ ਗਏ ਨਹੀਂ, ਔਰ ਉਹਨਾਂ ਦੀ ਟੈਸਟਿੰਗ ਜਿਹੜੀ ਹੈ ਉਹਦੀ ਕੋਈ ਹੈ ਨਹੀਂ, ਟੈਸਟਾਂ ਤੋਂ ਉੱਪਰ ਟਾਈਮ ਲੱਗਦਾ ਜੇ ਉਹਨਾਂ ਨੂੰ ਕਿਸੇ ਹਿਸਾਬ ਨਾਲ ਟੈਸਟਿੰਗ ਕੀਤੀ ਜਾਵੇ। ਇੱਕ ਕੈਨੇਡਾ ਮੁਲਕ ਦੀ ਮੁਲਕ ਦੇ ਹਾਲ ਦੇਖੋ ਕਿ ਉਹ ਈਵਨ NIR ਸਟੂਡੈਂਟ ਜਾਂ ਆਪਦੀ ਪਬਲਿਕ ਦੇ ਵਿੱਚ ਉਹ PR ਜਾਂ ਸਿਟੀਜ਼ਨ ਨਹੀਂ ਉਹ ਪੈਸੇ ਪਾਦੀ ਹੈ ਹਾਦਾ ਕਮਿਊਨਿਟੀ ਗਵਰਨਮੈਂਟ ਆਥੇ, ਪਰ ਕਿਸੇ ਚੀਜ਼ ਦੀ ਕਮੀ ਕਿਸੇ ਵੀ ਪੇਸ਼ੈਂਟ ਦੀ ਜਾਂ ਹੋਰ ਵਾਸਤੇ ਇੱਥੋਂ ਤੱਕ ਇੱਕ ਸੂਬੇ ਨੇ ਆਪਦੇ ਜਿਹੜੇ ਉਹ ਜਿੱਥੇ ਉਹ ਹੋਵੇ ਜਾਏ ਉੱਥੇ ਲਾ ਲਈ ਹੈ ਕਿ ਸਾਨੂੰ ਉਹਨਾਂ ਨੂੰ ਸੇਵ ਕਰਨਾ ਤੇ ਸਾਨੂੰ ਫੌਜ ਦੀ ਲੋੜ ਹੈ। ਜੀ ਸ਼ੁਕਰੀਆ। ਇਹ ਕਾਬ ਦੇ ਪਾਸੇ ਪਿਆ ਔਰ ਇਹ ਅੰਕੜੇ ਬਿਲਕੁਲ ਬੋਕਸ ਹੈ। ਆਤਮਾ ਕਰੇ ਕਿ ਰੱਬੀ ਹਿੰਮਤ ਕਰੇ ਪੰਜਾਬ ਦੀ ਜਾਂ ਇੰਡੀਆ ਦੀ ਜਿਹੜਾ ਕਿ ਇਹਨੂੰ ਇਸ ਮਹਾਮਾਰੀ ਤੋਂ ਬਚਾਵੇ। ਪਰ ਜਿਹੜੀ ਇਹਦੀ ਇਨਫੋਰਮੇਸ਼ਨ ਹੈ ਮੈਂ ਤੁਹਾਨੂੰ ਦੱਸਾਂ ਕਿ ਇਹਦੇ ਵਿੱਚ ਨਹੀਂ ਕਹਿੰਦਾ ਕਿ ਮਤਲਬ ਇਹ ਕਸੂਰਵਾਰ ਹੈਗੇ, ਕਿਉਂਕਿ ਜੋ ਕੁਝ ਇਨਫੋਰਮੇਸ਼ਨ ਹੁੰਦੀ ਹੈ ਉਹ ਰਿਲੀਜ਼ ਕਰਦੇ ਆ। ਜੀ ਸ਼ੁਕਰੀਆ। ਢਿੱਲੋਂ ਸਾਹਿਬ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਲੋਕ ਸਵਾਲ ਤਾਂ ਬੜੇ ਚੁੱਕਦੇ ਨੇ। ਅਮਰੀਕਾ ਦੇ ਜਦੋਂ ਕੇਸ ਸਾਹਮਣੇ ਆ ਰਹੇ ਨੇ ਤਾਂ ਭਾਰਤ ਆਪਣੀ ਸਥਿਤੀ ਸਪਸ਼ਟ ਕਰ ਰਿਹਾ। ਜੇ ਇੱਕ ਦਿਨ ਦੇ ਵਿੱਚ 1900 ਤੋਂ ਵੱਧ ਕੇਸ ਸਾਹਮਣੇ ਆ ਰਹੇ ਨੇ ਤਾਂ ਇਹੋ ਜੀ ਕੋਈ ਗੱਲ ਨਹੀਂ ਕਿ ਮਤਲਬ ਕਿ ਸਹੀ ਅੰਕੜੇ ਨਾ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਕਿਉਂਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਕਾਊਂਟਰ ਚੈੱਕ ਵੀ ਹੁੰਦਾ ਹੈ। ਹੁਣ ਪਟਿਆਲੇ ਦੇ ਵਿੱਚ ਪਹਿਲਾਂ ਅੱਜ ਤੋਂ ਹਫ਼ਤਾ ਪਹਿਲਾਂ ਜਿਹੜੀ ਗਿਣਤੀ ਹੈ ਬਿਲਕੁਲ ਸੀਮਤ ਸੀਗੀ, ਅੱਜ 61 ਹੋਈ ਹੈ। ਇੱਕ ਰਾਜਪੁਰੇ ਦੇ 42 ਕੇਸਾਂ ਹੋਣ ਦੇ ਨਾਲ 61 ਪਹੁੰਚੀ ਹੈ। ਸ਼ੁਰੂਆਤ ਦੇ ਵਿੱਚ ਇਹ 10 ਦਾ ਅੰਕੜਾ ਵੀ ਪਾਰ ਨਹੀਂ ਕੀਤਾ ਸੀ। ਆਪਾਂ ਇੱਥੇ ਰਹਿੰਦੇ ਹਾਂ,
ਆਪਾਂ ਕਾਊਂਟਰ ਚੈੱਕ ਵੀ ਕਰਦੇ ਆ, ਇਸ ਤਰ੍ਹਾਂ ਦੀ ਸਥਿਤੀ ਨਹੀਂ ਹੈਗੀ। ਥੋੜਾ ਬਹੁਤਾ ਇੱਧਰ ਉੱਧਰ ਹੋ ਸਕਦਾ ਹੈ, ਕਿਸੇ ਨਾ ਕਿਸੇ ਸਟੇਜ ਤੇ ਆ ਕੇ। ਸਾਡੇ ਕੋਲ ਕੋਈ ਆਪਣਾ ਥਰਮੋਮੀਟਰ ਤਾਂ ਹੈ ਨਹੀਂ ਜਿਹਦੇ ਨਾਲ ਆਪਾਂ ਦੇਖੀਏ। ਜੋ ਅੰਕੜੇ ਪ੍ਰਕਾਸ਼ਿਤ ਹੁੰਦੇ ਨੇ ਉਹਦੇ ਵਿੱਚ ਕੋਈ ਥੋੜਾ ਬਹੁਤਾ ਤਾਂ ਜਿਹੜਾ ਫਰਕ ਹੈ ਉਹ ਹੋ ਜਾਂਦਾ ਹੁੰਦਾ। ਜੇ ਆਪਾਂ ਕਹੀਏ ਕਿ 19-51 ਦਾ ਫਰਕ ਹੈ, ਇਹ ਨਹੀਂ ਹੈਗਾ। ਸੋ ਉਹਨਾਂ ਦੀ ਜਾਣਕਾਰੀ ਹੋਰ ਹੋ ਸਕਦੀ ਹੈ। ਕੁਝ ਲੋਕ ਉਹ ਠੀਕ ਕਹਿੰਦੇ ਨੇ ਕਿ ਬੰਦੇ ਸਹੀ ਜਾਂਦੇ ਨਹੀਂ। ਹੁਣ ਜਿਹੜਾ ਬੰਦਾ ਚੈੱਕ ਹੀ ਨਹੀਂ ਕਰਾਉਣ ਜਾਂਦਾ ਹੈਗਾ, ਉਸ ਦਾ ਕਿਵੇਂ ਪਤਾ ਕੀਤਾ ਜਾ ਸਕਦਾ ਹੈ? ਜਿਹੜੇ ਬੰਦੇ ਚੈੱਕ ਜਾਣਗੇ ਉਹਦੇ ਆਧਾਰ ਦੇ ਉੱਤੇ ਹੀ। ਜਿਹੜੇ ਰਾਜਪੁਰੇ ਦੇ ਵਿੱਚ ਮਾਮਲਾ ਵਾਪਰਿਆ ਹੈਗਾ ਉਹ ਲਾਪਰਵਾਹੀ ਸੀ। ਉਹਦੇ ਵਿੱਚ ਜਿਹੜਾ ਹੁੱਕਾਬਾਰ ਬਾਰੇ ਮੈਂ ਥੋੜਾ ਜਿਹਾ ਸਪਸ਼ਟ ਕਰ ਦਿਆਂ ਕਿ ਉਹ ਜਿਸ ਬੰਦੇ ਦੇ ਵਿਆਹ ਦੇ ਵਿੱਚ ਉਹ ਹੋਇਆ ਹੈਗਾ, ਉਹ ਇਹ ਗੱਲ ਕਹਿੰਦੇ ਨੇ ਕਿ ਨਵੰਬਰ ਦੇ ਵਿੱਚ ਇਹ ਵਿਆਹ ਹੋਇਆ ਸੀਗਾ। ਉਸ ਵੇਲੇ ਦੀਆਂ ਤਸਵੀਰਾਂ ਨੇ। ਜੇ ਫਿਰ ਉਹ ਤਸਵੀਰਾਂ ਕਿਸੇ ਨੇ ਗਲਤ ਪਾਈਆਂ ਨੇ, ਭਾਵੇਂ ਉਹ ਕਿਸੇ ਸਿਆਸੀ ਆਗੂ ਦਾ ਅਕਸ ਖਰਾਬ ਕਰਨ ਵਾਸਤੇ ਨੇ ਜਾਂ ਕਿਸੇ ਪ੍ਰਸ਼ਾਸਨਿਕ ਆਗੂ ਦਾ, ਹੁਣ ਤੱਕ ਉਸ ਤੇ ਪਰਚਾ ਦਰਜ ਹੋਣਾ ਚਾਹੀਦਾ ਸੀਗਾ। ਮਤਲਬ ਵੀ ਉਹਨੇ ਗਲਤ ਜਾਣਕਾਰੀ ਫੈਲਾਈ ਹੈ। ਪਰ ਇੱਕਦਮ 42 ਮਰੀਜ਼ਾਂ ਦਾ ਵਧਣਾ, ਮੈਂ ਬਾਰ-ਬਾਰ ਕਹਿਣਾ ਕਿ ਜੇ ਲਾਕਡਾਊਨ ਨਾ ਹੁੰਦਾ ਤਾਂ ਅਮਰੀਕਾ ਤੋਂ ਵੱਧ ਗਿਣਤੀ ਭਾਰਤ ਦੀ ਹੁੰਦੀ। ਅਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਥਾਂ-ਥਾਂ ਦੇ ਉੱਤੇ ਧਵੱਚੜ ਪਾਉਂਦੇ ਤੁਰੇ ਫਿਰਦੇ ਆ। ਤੁਸੀਂ ਬਾਹਰ ਨਿਕਲ ਕੇ ਵੇਖ ਲਓ, 3-3 ਸਕੂਟਰਾਂ ਦੇ ਉੱਤੇ, ਮੋਟਰਸਾਈਕਲਾਂ ਦੇ ਉੱਤੇ ਚੜ੍ਹੇ ਫਿਰਦੇ ਨੇ। ਜਦੋਂ 3 ਬੰਦੇ ਅਸੀਂ ਮੋਟਰਸਾਈਕਲ ਤੇ ਬਹਿ ਗਏ, ਜਿਹੜਾ ਸੋਸ਼ਲ ਡਿਸਟੈਂਸ ਕਿਹਾ ਜਾਂਦਾ ਹੈ, ਸਮਾਜਿਕ ਦੂਰੀ, ਉਹ ਕਿੱਥੋਂ ਤੱਕ ਜਾਇਜ਼ ਹੈਗੀ ਆ, ਉਹ ਅਸੀਂ ਨਹੀਂ ਬਣਾਉਂਦੇ। ਸੁਖਵਿੰਦਰ, ਮਤਲਬ ਇਹਨਾਂ ਲੋਕਾਂ ਦੇ ਉੱਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸ਼ੁਰੂਆਤੀ ਦੌਰ ਆਇਆ, ਸ਼ੁਰੂਆਤੀ ਦੌਰ ਦੇ ਵਿੱਚ ਪੁਲਿਸ ਨੇ ਡੰਡਾ ਚੁੱਕਿਆ, ਉਸ ਤੇ ਸਵਾਲ ਉੱਠੇ। ਮੁੱਖ ਮੰਤਰੀ ਸਾਹਿਬ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ DGP ਦੇ ਰਾਹੀਂ ਆਦੇਸ਼ ਦਿੱਤੇ ਕਿ ਇਸ ਤਰ੍ਹਾਂ ਨਾ ਕਰੋ, ਥੋੜਾ ਬਹੁਤਾ ਮਤਲਬ ਤਰੀਕਾ ਬਦਲੋ। ਪਰ ਪੰਜਾਬ ਦੇ ਜਿਹੜੇ ਕੁਝ ਲੋਕ ਨੇ, ਸਾਰੇ ਨਹੀਂ, ਸਾਰੇ ਲੋਕ ਮੰਨਦੇ ਆ। ਪਿੰਡਾਂ ਦੇ ਵਿੱਚ ਆਪਣੇ ਪੱਧਰ ਦੇ ਉੱਤੇ ਵੀ ਪੰਚਾਇਤਾਂ ਨੇ ਇਤਿਹਾਦ ਕੀਤੇ ਹੈ। ਪਰ ਇਹਦੇ ਬਾਵਜੂਦ ਜਿਹੜੀਆਂ ਕੁਝ ਕਾਲੀਆਂ ਭੇਡਾਂ ਨੇ, ਭਾਵੇਂ ਉਹ ਨਸ਼ੇ ਦੇ ਰੂਪ ਦੇ ਵਰਤਾਉਂਦੇ ਨੇ ਜਾਂ ਕੁਝ ਹੋਰ ਕਰਦੇ ਨੇ, ਕਿਤੋਂ ਸ਼ਰਾਬ ਦੀ ਫੈਕਟਰੀ ਫੜੀ ਜਾ ਰਹੀ ਹੈ। ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਇਹ ਧੰਦੇ ਪਨਪ ਰਹੇ ਨੇ, ਉਸ ਮਾਮਲੇ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਢਿੱਲੀ ਹੈ। ਰੇਤ ਵਾਲੇ ਮਾਮਲੇ ਦੇ ਵਿੱਚ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਸਾਡਾ ਸਰਮਾਇਆ ਨਹੀਂ ਆ ਰਿਹਾ, ਸਾਡੀ ਆਮਦਨ ਘੱਟ ਹੈ, ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਦੂਜੇ ਪਾਸੇ ਜਿਹੜੇ ਸਾਧਨ ਆਮਦਨ ਦੇ ਬਣਦੇ ਨੇ, ਉਹਨਾਂ ਨੂੰ ਇਕੱਤਰ ਕਰਨ ਵਾਸਤੇ ਵੀ ਸਾਡੀ ਢਿੱਲ ਮੱਠ ਹੈ। ਉੱਥੇ ਜਿਹੜੀ ਸਿਆਸੀ ਪੁਸ਼ਤ ਪਨਾਹੀ ਹੈ, ਉਸ ਦਾ ਭਾਂਡਾਫਾੜ ਕਰਨਾ ਚਾਹੀਦਾ, ਉਹਨਾਂ ਨੂੰ ਰੋਕਣਾ ਚਾਹੀਦਾ ਹੈ। ਹਮੇਸ਼ਾ ਦੋਸ਼ ਲੱਗਦਾ ਕਿ ਉਹ ਲੋਕ ਨੇ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਵੀ ਕੰਮ ਕਰ ਰਹੇ ਸੀ, ਮੌਜੂਦਾ ਸਰਕਾਰ ਦੇ ਵਿੱਚ ਵੀ ਕੰਮ ਕਰ ਰਹੇ ਨੇ। ਇਹ ਮਾੜੀ ਗੱਲ ਹੈ। ਇਸ ਮਾਮਲੇ ਦੇ ਵਿੱਚ ਵੀ ਕੈਪਟਨ ਸਾਹਿਬ ਨੂੰ ਕੁਝ ਸਖਤੀ ਵਰਤਣੀ ਚਾਹੀਦੀ ਹੈ। ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਦੇ ਕਦਮ ਉਠਾਏ ਨੇ, ਉਹ ਕਾਬਲੇ ਤਾਰੀਫ ਨੇ, ਪਰ ਉਹ ਕਈ ਥਾਵਾਂ ਦੇ ਉੱਤੋਂ ਸਿਆਸਤ ਨਜ਼ਰ ਆਉਂਦੀ ਹੈ। ਇਸ ਸਟੇਜ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ। ਢਿੱਲੋਂ ਸਾਹਿਬ, ਅੱਜ ਜਿਹੜੀ ਹੈ ਪ੍ਰਧਾਨ ਮੰਤਰੀ ਸਾਹਿਬ ਨਾਲ ਮੁੱਖ ਮੰਤਰੀਆਂ ਦੀ ਬੈਠਕ ਹੋਣ ਜਾ ਰਹੀ ਹੈ। ਕੱਲ ਵੀ ਮਨ ਕੀ ਬਾਤ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਸਾਹਿਬ ਨੇ ਲੋਕਾਂ ਨੂੰ ਜਿਹੋ ਜਿਹੀਆਂ ਅਪੀਲਾਂ ਕੀਤੀਆਂ, ਅੱਜ ਮੁੱਖ ਮੰਤਰੀਆਂ ਜਿਹੜੀ ਬੈਠਕ ਹੋਣ ਜਾ ਰਹੀ ਹੈ, ਲੱਗਦਾ ਹੈ ਕੋਈ ਇਹੋ ਜਿਹੇ ਨਤੀਜੇ ਜਿਹੜੇ ਨੇ, ਜਿਵੇਂ ਜੋ ਉਹਨਾਂ ਨੇ ਕਿਹਾ ਕਿ ਲੋਕਡਾਊਨ ਦੌਰਾਨ ਇੱਦਾਂ ਦੀਆਂ ਰਿਆਇਤਾਂ ਕਿਤੇ ਕਿਤੇ ਦਿੱਤੀਆਂ ਜਾ ਸਕਦੀਆਂ, ਹਾਲਾਂਕਿ ਪੰਜਾਬ ਨੇ ਨਹੀਂ ਦਿੱਤੀਆਂ। ਪੰਜਾਬ 'ਚ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਜਿਹੜੀਆਂ ਸਨਅਤਾਂ ਨੇ, ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜੀਆਂ ਯੋਗ ਸਨਅਤਾਂ ਨੇ, ਫੈਕਟਰੀਆਂ ਨੇ, ਉਹਨਾਂ ਨੂੰ ਜਿਹੜਾ ਪਾਸ ਜਾਰੀ ਕਰਕੇ ਉਹ ਚੱਲਣ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਕਿੱਦਾਂ ਦੇਖਦੇ ਹੋ ਸਾਰੇ ਨੂੰ? ਕੋਈ ਲੱਗਦਾ ਹੈ ਕਿ ਕੋਈ ਸੁਖਾਵੀਂ ਖਬਰ ਜਿਹੜੀ ਹੈ ਪੰਜਾਬ ਦੇ ਲਈ ਹੁਣ ਆਵੇਗੀ? ਨਹੀਂ, ਪੰਜਾਬ ਦੀ ਜਿਹੜੀ ਮੀਟਿੰਗ ਹੈ ਜੀ, ਉਹ 30 ਅਪ੍ਰੈਲ ਨੂੰ ਹੈ। 30 ਨੂੰ ਹੈ ਜਾਂ 28 ਨੂੰ ਹੈ, ਮਤਲਬ ਉਹ ਰੱਖੀ ਗਈ ਹੈ ਜਿਹੜੀ ਮੀਟਿੰਗ। 28 ਤੱਕ ਇਹਨਾਂ ਨੇ ਰਿਪੋਰਟ ਦੇਣੀ ਹੈ, 30 ਅਪ੍ਰੈਲ ਨੂੰ ਸ਼ਾਇਦ ਉਹ ਮੀਟਿੰਗ ਹੈਗੀ ਹੈ। ਮੈਨੂੰ ਇਹਦੀ ਡੇਟ ਪੂਰੀ ਕਨਫਰਮ ਨਹੀਂ। ਮੀਟਿੰਗ ਹੈਗੀ ਆ ਮੰਤਰੀ ਮੰਡਲ ਦੀ, ਜਿਹੜੀ 20 ਮੈਂਬਰੀ ਕਮੇਟੀ, ਜਿਹਦੇ ਵਿੱਚ ਮਨਟੇਕ ਸਿੰਘ ਆਹਲੂਵਾਲੀਆ ਨੂੰ ਵੀ ਲਿਆ ਗਿਆ, ਉਹਨਾਂ ਦੀ ਸਰਪ੍ਰਸਤੀ ਹੈ। KR ਲਖਨਪਾਲ ਬੜੇ ਸੀਨੀਅਰ ਅਧਿਕਾਰੀ ਨੇ, ਉਹਨਾਂ ਨੂੰ ਲਿਆ ਗਿਆ। ਹੋਰ ਲੋਕ ਉਹਦੇ ਵਿੱਚ ਸ਼ਾਮਲ ਨੇ। ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਹੈ ਉਹ ਮੁੱਖ ਮੰਤਰੀ ਸਾਹਿਬ ਨੂੰ ਦੇਣੀ ਹੈ। ਉਹਦੇ ਤੇ ਮੰਤਰੀ ਮੰਡਲ ਦੇ ਵਿੱਚ ਵਿਚਾਰ ਕੀਤਾ ਜਾਊਗਾ। ਵਿਚਾਰ ਕਰਕੇ ਦੇਖਿਆ ਜਾਊਗਾ ਕਿ ਕਿੰਨੀਆਂ ਕੁ ਰਿਆਇਤਾਂ ਅਸੀਂ ਦੇਣੀਆਂ ਨੇ। ਕੱਲ ਦਬਵੀਂ ਆਵਾਜ਼ ਦੇ ਵਿੱਚ ਕਈ ਥਾਵਾਂ ਤੇ ਇਹ ਖਬਰਾਂ ਵੀ ਲੱਗੀਆਂ ਨੇ ਕਿ ਇਹ ਲਾਕਡਾਊਨ ਆ ਜਿਹੜਾ 16 ਮਈ ਤੱਕ ਵੀ ਵਧਾਇਆ ਜਾ ਸਕਦਾ ਹੈ। ਇਹਦੇ ਬਾਰੇ ਸਪਸ਼ਟਤਾ ਕਿਸੇ ਨੇ ਨਹੀਂ ਦਿੱਤੀ। ਇਹ ਜਿਹੜੀ ਲੰਗੋਟਾ ਡਾਕ ਹੈ ਨਾ, ਇਹ ਵੱਡੀ ਪੱਧਰ ਦੇ ਉੱਤੇ ਸ਼ੁਰੂ ਹੁੰਦੀ ਹੈ। ਇਸ ਲੰਗੋਟਾ ਡਾਕ ਨੂੰ ਠੱਲ ਪਾਉਣੀ ਚਾਹੀਦੀ ਹੈ। ਜਿਹੜੇ ਲੋਕ ਇਸ ਤਰ੍ਹਾਂ ਦੀਆਂ ਖਬਰਾਂ ਫੈਲਾਉਂਦੇ ਨੇ, ਉਹਨਾਂ ਦੇ ਉੱਤੇ ਜੇ ਠੱਲ ਨਹੀਂ ਪਾਵਾਂਗੇ ਤਾਂ ਇਹ ਲਗਾਤਾਰ ਵੱਧਦੀ ਜਾਂਦੀ ਹੈ। ਤੁਹਾਨੂੰ ਪੁਰਾਣੇ ਜ਼ਮਾਨੇ ਦੇ ਵਿੱਚ ਯਾਦ ਹੋਣਾ, ਇਹ ਅੱਜ ਤੋਂ ਨਹੀਂ ਚੱਲਦੀ ਲੰਗੋਟਾ ਡਾਕ, ਪਿਛਲੇ ਸਮੇਂ ਤੋਂ ਚੱਲਦੀ ਹੈ। ਪਿੰਡ ਦੇ ਵਿੱਚ ਇੱਕ ਆਜੜੀ ਹੁੰਦਾ ਸੀ, ਉਹਨੇ ਰੌਲਾ ਪਾਤਾ ਕਿ ਸ਼ੇਰ ਆ ਗਿਆ, ਸਾਰਾ ਪਿੰਡ ਸ਼ੇਰ ਵਾਸਤੇ ਚਲਿਆ ਗਿਆ, ਪਰ ਉੱਥੇ ਕੁਛ ਨਾ, ਉਹਦਾ ਹਾਸਾ ਸੀ, ਲੰਗੋਟਾ ਡਾਕ ਸੀ। ਦੂਜੀ ਵਾਰ ਜਦੋਂ ਉਹਨੇ
ਕਿਹਾ ਤਾਂ 50% ਬੰਦੇ ਗਏ, ਤੀਜੀ ਵਾਰ ਉਹ 10% ਵੀ ਨਹੀਂ ਗਏ। ਜਦੋਂ ਚੌਥੀ ਵਾਰ ਸੱਚਮੁੱਚ ਸ਼ੇਰ ਆ ਗਿਆ ਤੇ ਉੱਥੇ ਕੋਈ ਵੀ ਨਹੀਂ ਗਿਆ ਤੇ ਉਹ ਸ਼ੇਰ ਨੇ ਉਸ ਆਜੜੀ ਦਾ ਨੁਕਸਾਨ ਕਰਤਾ। ਤਾਂ ਤੁਸੀਂ ਲੋਕ ਜੇ ਇਸ ਤਰ੍ਹਾਂ ਦੀ ਲੰਗੋਟਾ ਡਾਕ ਫੈਲਾਓਗੇ ਤਾਂ ਇੱਕ ਦਿਨ ਜਿਹੜਾ ਸ਼ੇਰ ਹੈ ਉਹ ਤੁਹਾਨੂੰ ਖਾ ਜਾਵੇਗਾ। ਇਸ ਤਰ੍ਹਾਂ ਦਾ ਕੰਮ ਨਾ ਕਰੋ। ਥਾਂ ਥਾਂ ਦੇ ਤੋਂ ਜਿਵੇਂ ਰਾਜਪੁਰੇ ਵਾਲੀ ਕੇਸ ਸੀ ਕਿ ਉਹਦੇ ਵਿੱਚ ਜਿਹੜਾ ਜਾਂਚ ਦਾ ਵਿਸ਼ਾ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜੇ ਉਹ ਜਿਹੜੇ ਸੱਟੇਬਾਜ਼ ਨੇ ਇਹ ਹੁੱਕਾਬਾਰ ਤੋਂ ਫੈਲਿਆ, ਹੁੱਕਾਬਾਰ ਉੱਥੇ ਚੱਲ ਰਿਹਾ, ਇਹਦੇ ਵਿੱਚ ਕੋਈ ਨਹੀਂ। ਅੱਜ 3-4 ਦਿਨ ਹੋ ਗਏ ਨੇ ਪੁਲਿਸ ਨੂੰ, ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਜਾਂਚ ਰਿਪੋਰਟ ਹੈ ਜਿਹੜੀ ਉਹ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਕਿ ਜੇ ਉਹ ਚੱਲ ਰਿਹਾ ਸੀ ਤਾਂ ਕਿਉਂ ਚੱਲ ਰਿਹਾ ਸੀ। ਜੇ ਸੱਟੇਬਾਜ਼ ਇਹ ਕਰੋਨਾ ਫੈਲਾਉਣ ਦੇ ਵਿੱਚ ਜ਼ਿੰਮੇਵਾਰ ਨੇ ਤਾਂ ਉਹਨਾਂ ਦੀ ਸਰਪ੍ਰਸਤੀ ਕੌਣ ਕਰ ਰਿਹਾ ਸੀ, ਇਹਦੇ ਬਾਰੇ ਜਿਹੜਾ ਲੋਕ ਕਚਹਿਰੀ ਦੇ ਵਿੱਚ ਲਿਆਉਣਾ ਚਾਹੀਦਾ ਹੈ। ਅਸੀਂ ਇਹਦੇ ਵਿੱਚ ਗੰਭੀਰ ਨਹੀਂ ਹੈਗੇ, ਅਸੀਂ ਗੰਭੀਰਤਾ ਨਹੀਂ ਦਿਖਾਉਂਦੇ। ਜੇ ਅਸੀਂ ਗੰਭੀਰਤਾ ਨਹੀਂ ਦਿਖਾਉਂਦੇ ਹੈਗੇ ਤਾਂ ਉਸ ਦੇ ਸਿੱਟੇ ਅਸੀਂ ਦੇਖ ਰਹੇ ਹਾਂ। ਜੇ ਲਾਕਡਾਊਨ ਤੇ ਕਰਫਿਊ ਸਮੇਂ ਸਿਰ ਇੱਥੇ ਸ਼ੁਰੂ ਕੀਤਾ ਗਿਆ, ਪੰਜਾਬ ਦੇ ਮੁੱਖ ਮੰਤਰੀ ਦੀ ਇਸ ਗੱਲ ਤੋਂ ਸ਼ਲਾਘਾ ਕਰਨੀ ਬਣਦੀ ਹੈ ਕਿ 22 ਮਾਰਚ ਨੂੰ ਦੇਸ਼ ਦੇ ਵਿੱਚ ਤਾਂ ਲੱਗਿਆ ਸੀਗਾ ਜਨਤਾ ਕਰਫਿਊ, ਲੇਕਿਨ ਪੰਜਾਬ ਨੇ ਉਸ ਨੂੰ ਕਰਫਿਊ 'ਚ ਤਬਦੀਲ ਕਰ ਲਿਆ। ਅੱਜ ਅਸੀਂ ਸੁੱਖ ਮੰਗਦੇ ਹਾਂ ਕਿ ਜਿੰਨੀਆਂ ਕਿ ਇਹ 300 ਜਿਹੜੀਆਂ ਗਿਣਤੀ ਹੈਗੀ ਹੈ ਉਹ ਅੱਗੇ ਨਾ ਵਧੇ ਤੇ ਮਤਲਬ ਮਰੀਜ਼ ਜਿਹੜੇ ਆ ਉਹ ਤੰਦਰੁਸਤ ਹੋ ਜਾਣ। ਰਾਜਪੁਰੇ ਦੇ ਵਿੱਚ ਕੱਲ੍ਹ ਦੇ ਦਿਨ ਦੇ ਵਿੱਚ ਕੋਈ ਨਵਾਂ ਕੇਸ ਨਹੀਂ ਆ ਜੀ। ਸ਼ੁਕਰੀਆ ਢਿੱਲੋਂ ਸਾਹਿਬ। ਸਾਡੇ ਇੱਥੇ ਬ੍ਰੇਕ ਦਾ ਵੇਲਾ ਹੋ ਗਿਆ। ਬ੍ਰੇਕ ਤੋਂ ਬਾਅਦ ਵੀ ਇਸੇ ਤਰ੍ਹਾਂ ਨਿਊਜ਼ ਬੈਂਡ ਨਿਊਜ਼ ਪ੍ਰੋਗਰਾਮ ਜਾਰੀ ਹੈ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਜਿਸ ਤਰੀਕੇ ਦੇ ਨਾਲ ਅਸੀਂ ਚਰਚਾ ਕਰ ਰਹੇ ਹਾਂ ਕਿ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਤੇ ਦਹਿਸ਼ਤ ਜਿਹੜੀ ਹੈ ਲੋਕਾਂ ਦੇ ਵਿੱਚ ਵੱਧਦੀ ਜਾ ਰਹੀ ਹੈ, ਪਰ ਦੂਜੇ ਪਾਸੇ ਜਦੋਂ ਕੋਈ ਟਰੱਕ ਜਿਹੜਾ ਹੈ ਗਵਾਲੀਅਰ ਤੋਂ ਪੰਜਾਬ ਪਹੁੰਚਦਾ ਹੈ, ਬਠਿੰਡੇ ਤੱਕ ਪਹੁੰਚ ਜਾਂਦਾ ਹੈ ਸਾਰੀਆਂ ਸਰਹੱਦਾਂ ਟੱਪ ਕੇ, ਤਾਂ ਸਵਾਲ ਉੱਠਣੇ ਲਾਜ਼ਮੀ ਨੇ ਕਿ ਆਖਿਰਕਾਰ ਨਾਕਿਆਂ ਤੇ ਕੀ ਹੋ ਰਿਹਾ ਸੀਗਾ, ਕਿਉਂ ਇਸ ਉੱਤੇ ਧਿਆਨ ਨਹੀਂ ਦਿੱਤਾ ਗਿਆ। ਢਿੱਲੋਂ ਸਾਹਿਬ, ਤੁਸੀਂ ਕੱਲ ਦੇਖਿਆ ਗਵਾਲੀਅਰ ਤੋਂ ਬਠਿੰਡੇ ਉਹਨੇ ਲੁਧਿਆਣੇ ਤੱਕ ਜਾਣਾ, ਬਠਿੰਡੇ ਦੇ ਵਿੱਚ ਹੀ ਲੋਕਾਂ ਨੂੰ ਉਤਾਰ ਰਿਹਾ ਸੀ, ਲੋਕਾਂ ਨੇ ਫੜ ਲਿਆ। ਕਿੱਦਾਂ ਦੇਖਦੇ ਹੋ ਇਸ ਸਾਰੇ ਨੂੰ ਕਿ ਕਿੰਨੀ ਵੱਡੀ ਅਣਗਹਿਲੀ ਜਿਹੜੀ ਹੈ, ਜਿੱਥੇ ਅਸੀਂ ਕਹਿੰਦੇ ਹਾਂ ਕਿ ਲੋਕਡਾਊਨ 'ਚ ਘਰਾਂ 'ਚ ਰਹਿਣ, ਹਰ ਪਾਸੇ ਨਾਕੇ ਨੇ, ਧਿਆਨ ਰੱਖਿਆ ਜਾ ਰਿਹਾ, ਪਰ ਇੱਥੇ ਕਿਹੜੀ ਗਲਤੀ ਇਹਨਾਂ ਨੇ ਕਰ ਦਿੱਤੀ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਇੱਕ ਟਰੱਕ ਭਰ ਕੇ ਲੋਕਾਂ ਦੇ ਇੱਥੇ ਤੱਕ ਪਹੁੰਚ ਗਿਆ। ਸੁਖਵਿੰਦਰ ਜੀ, ਜਦੋਂ ਕੋਈ ਚੰਗਾ ਕੰਮ ਸ਼ੁਰੂਆਤ ਹੁੰਦੀ ਹੈ ਉਹਦੇ ਨਾਲ ਜਿਹੜੇ ਮਾੜੇ ਆ ਪੱਖ ਉਹ ਵੀ ਨਾਲ ਨਾਲ ਚੱਲਦੇ ਨੇ। ਇਹ ਜਿਹੜੇ ਮਜ਼ਦੂਰ ਸੀਗੇ ਇਹ ਕੰਬਾਈਨਾਂ ਤੇ ਗਏ ਸੀ, ਕੋਈ ਡਰਾਈਵਰ ਸੀ, ਕੋਈ ਕਲੀਨਰ ਸੀ, ਕੋਈ ਮਤਲਬ ਹੋਰ ਉਹਨਾਂ ਦਾ ਜਿਹੜਾ ਮਾਹਰ ਸੀਗਾ ਮਕੈਨਿਕ ਦੇ ਤੌਰ ਦੇ ਉੱਤੇ, ਉਸ ਤਰ੍ਹਾਂ ਦਾ ਸੀਗਾ। ਮਤਲਬ ਇਹ ਲੋਕ ਗਵਾਲੀਅਰ ਦੇ ਵਿੱਚ ਫਸੇ ਹੋਏ ਸਨ। ਮੈਂ ਸਮਝਦਾ ਕਿ ਇੱਥੇ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਦੀ ਨਲਾਇਕੀ ਹੈ। ਕੰਬਾਈਨਾਂ ਦੇ ਉੱਤੇ ਜਿਹੜੇ ਬੰਦੇ ਵਾਪਸ ਆ ਗਏ, ਇਹਨਾਂ ਬੰਦਿਆਂ ਨੂੰ ਛੱਡ ਕੇ ਉੱਥੇ ਕਿਉਂ ਆਏ? ਜੇ ਛੱਡ ਕੇ ਆਏ ਨੇ ਤਾਂ ਮਾੜੀ ਗੱਲ ਹੈ। ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਦੀ ਗਿਣਤੀ ਪਤਾ ਕਰਨੀ ਚਾਹੀਦੀ ਸੀ। ਮੈਂ ਸਮਝਦਾ ਕਿ ਇਸ ਤੋਂ ਗਾਹਾਂ ਨੂੰ ਵੀ ਸਬਕ ਲੈ ਲੈਣ। ਜਦੋਂ ਕੋਈ ਪੰਜਾਬ ਦੀ ਧਰਤੀ ਤੋਂ ਬਾਹਰ ਜਾਂਦਾ ਹੈ ਉਹਦੀ ਬਕਾਇਦਾ ਰਜਿਸਟ੍ਰੇਸ਼ਨ ਹੋਵੇ, ਉਸ ਦਾ ਪਤਾ ਹੋਵੇ, ਉਹਦੇ ਵੇਰਵੇ ਹੋਣ ਵੀ ਕਿੰਨੇ ਬੰਦੇ ਪੰਜਾਬ ਦੇ ਵਿੱਚੋਂ ਇਹ ਕੰਬਾਈਨਾਂ ਦੇ ਉੱਤੇ ਕੰਮ ਕਰਨ ਵਾਸਤੇ ਗਏ ਨੇ, ਕਿੰਨੀਆਂ ਕੰਬਾਈਨਾਂ ਗਈਆਂ। ਜੇ 2500 ਕੰਬਾਈਨ ਗਈ ਹੈ ਤਾਂ ਉਹਦੇ ਨੂੰ ਆਪਾਂ 4 ਨਾਲ ਗੁਣਾ ਕਰ ਲਈਏ ਤਾਂ ਇੱਕ ਮਤਲਬ 10,000 ਬੰਦਾ ਜਿਹੜਾ ਹੈਗਾ ਉਹ ਬਾਹਰ ਗਿਆ। ਵਾਪਸ ਕਿੰਨਾ ਆਇਆ? ਜੇ ਕੰਬਾਈਨਾਂ ਤੋਂ ਜਿਹੜੇ ਸਾਰੇ ਵਾਪਸ ਆਏ ਨੇ ਕੀ ਉਹਨਾਂ ਦੇ ਸਾਰਿਆਂ ਦੇ ਟੈਸਟ ਅਸੀਂ ਕਰਾ ਲਏ? ਸਾਡੇ ਨਾਲ ਕਾਲਰ ਜੁੜ ਗਏ ਨੇ। ਸਵਾਗਤ ਹੈ ਜੀ ਤੁਹਾਡਾ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਆਪਣਾ ਆਸਟ੍ਰੇਲੀਆ ਤੋਂ ਬੋਲ ਰਿਹਾ ਜੀ। ਜੀ ਸਵਾਗਤ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਜਾਨ। ਅੱਛਾ, ਮੈਂ ਗੱਲ ਕਰਨੀ ਸੀਗੀ ਜੀ, ਤੁਸੀਂ ਗੱਲ ਕਰ ਰਹੇ ਸੀਗੇ ਕਿ ਪਿਛਲੇ ਹਫ਼ਤੇ ਦੇ ਅੰਦਰ ਅੰਦਰ ਹੀ ਬਹੁਤ ਜ਼ਿਆਦਾ ਕਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦਾ ਗਿਣਤੀ ਜਿਹੜੀ ਹੈ ਵੱਧ ਗਈ ਹੈ। ਇੱਕ ਪ੍ਰੋਗਰਾਮ ਮੈਂ ਵੇਖ ਰਿਹਾ ਸੀਗਾ ਜਿਹੜਾ ਕਿ NDTV ਦੇ ਉੱਤੇ ਵੀ ਹੈਗਾ ਪਿਆ ਹੋਇਆ। ਤੁਸੀਂ ਵੇਖੋ ਕਿ ਇਨਸਾਨੀ ਕਦਰਾਂ ਜਿਹੜੀਆਂ ਨੇ ਕਿੰਨੀਆਂ ਘੱਟ ਗਈਆਂ ਨੇ। ਚਿੜੀਆ ਘਰ ਦੇ ਅੰਦਰ ਤੇ ਅਸੀਂ ਸੁਣਦੇ ਹੁੰਦੇ ਜਾਨਵਰਾਂ ਦੇ ਮੂਹਰੇ ਪਾਣੀ ਸੁੱਟਿਆ ਜਾਂਦਾ ਹੈ ਜਾਂ ਫੂਡ ਦੀ ਚੀਜ਼ਾਂ ਸੁੱਟੀਆਂ ਜਾਂਦੀਆਂ ਨੇ। ਉੱਥੇ ਕੁਆਰੰਟੀਨ ਦੇ ਅੰਦਰ ਜਿਹੜੇ ਬੰਦੇ ਠਹਿਰਾਏ ਹੋਏ ਨੇ, ਆਗਰਾ ਦੇ ਅੰਦਰ, ਆਗਰਾ ਮਥੁਰਾ ਰੋਡ ਦੇ ਉੱਤੇ ਕੋਈ ਕੁਆਰੰਟੀਨ ਸੈਂਟਰ ਬਣਾਇਆ ਦਾ, ਉੱਥੇ ਉਹਨਾਂ ਦੇ ਮੂਹਰੇ ਫੂਡ ਸੁੱਟ ਰਹੇ ਨੇ ਇਸ ਤਰ੍ਹਾਂ ਜਿਵੇਂ ਜਾਨਵਰਾਂ ਦੇ ਮੂਹਰੇ ਸੁੱਟੇ ਜਾ ਰਹੇ ਨੇ। ਤੇ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਜਾ ਰਹੀ। ਬਾਹਰਲੇ ਲੋਕਾਂ ਦੀ ਗੱਲ ਛੱਡੋ, ਜਿਹੜੀ ਅਥਾਰਟੀਜ਼ ਨੇ ਉਹ ਵੀ ਇਸ ਚੀਜ਼ ਨੂੰ ਮੇਨਟੇਨ ਨਹੀਂ ਕਰ ਪਾ ਰਹੀਆਂ। ਤੁਸੀਂ ਵੇਖੋ ਕਿ ਕਿਸ ਤਰ੍ਹਾਂ ਕਰੋਨਾ ਵਾਇਰਸ ਵਧੇਗਾ। ਤੁਸੀਂ ਸ਼ਾਇਦ ਦੇਖੀ ਹੋਣੀ ਹੈ ਖਬਰ ਹੋਵੇ। ਜੀ ਬਿਲਕੁਲ। ਅਸੀਂ ਇੱਕ ਕੱਲ ਪੰਜਾਬ ਦੀ ਇੱਕ ਢਿੱਲੋਂ ਸਾਹਿਬ ਉਹਦੇ ਉੱਤੇ ਵੀ ਗੱਲ ਕਰਾਂਗੇ। ਇੱਕ
ਕੋਈ ਜਲੰਧਰ ਦੀ ਔਰਤ ਸੀ, ਉਹ ਵੀ ਇਹ ਸਵਾਲ ਉਠਾਉਂਦੀ ਹੈ ਹਸਪਤਾਲ ਪ੍ਰਸ਼ਾਸਨ ਦੇ, ਜਿਵੇਂ ਪਹਿਲਾਂ ਵੀ ਉੱਠਦੇ ਰਹੇ ਨੇ। ਉਹ ਕਹਿੰਦੀ ਕਿ ਮੈਂ ਹਸਪਤਾਲ ਦੇ ਵਿੱਚ ਗਈ, ਮੈਨੂੰ ਇਸ ਤਰੀਕੇ ਨਾਲ ਸਲੂਕ ਕੀਤਾ ਗਿਆ ਜਿਵੇਂ ਜਾਨਵਰਾਂ ਨਾਲ ਕੀਤਾ ਜਾਂਦਾ ਹੈ। ਮੈਂ ਆਪ ਕਹਿੰਦੀ ਖੁਦ ਹਸਪਤਾਲ 'ਚ ਪਹੁੰਚੀ ਹਾਂ, ਐਂਬੂਲੈਂਸ ਮੈਨੂੰ ਲੈ ਕੇ ਆਈ ਹੈ, ਮੁਹੱਲੇ ਵਿੱਚ ਜਲੂਸ ਕੱਢਿਆ, ਫਿਰ ਇੱਥੇ ਆਏ, ਇੱਥੇ ਆ ਕੇ ਕਹਿੰਦੇ ਮੇਰੇ ਤੋਂ ਦੂਰੀ ਬਣਾ ਕੇ ਰੱਖੀ, ਪੌਣਾ ਘੰਟਾ ਲਗਾ ਦਿੱਤਾ ਚੈੱਕਅਪ ਕਰਨ ਦੇ ਵਿੱਚ ਹੀ। ਤੇ ਜੇਕਰ ਕਹਿੰਦੀ ਮੈਂ ਨੇੜੇ ਹੋ ਕੇ ਕਹਿੰਦੀ ਆ ਕਿ ਮੇਰਾ ਚੈੱਕਅਪ ਕਰੋ, ਮੈਨੂੰ ਦੇਖੋ, ਮੈਨੂੰ ਖੰਘ ਆ ਰਹੀ ਹੈ, ਤਾਂ ਉਹ ਕਹਿ ਦਿੰਦੀਆਂ ਨੇ ਕਿ ਦੂਰ ਹੋ ਕੇ ਖੜੋ, ਦੂਰ ਹੋ ਕੇ। ਮਤਲਬ ਕਿ ਉਹਨਾਂ ਨੂੰ ਹੋਰ ਵੀ ਡਰਾਇਆ ਜਾਂਦਾ, ਜੇ ਨਾ ਵੀ ਕੁਝ ਹੋਵੇ ਤਾਂ ਵੀ ਉਹਨਾਂ ਨੂੰ ਡਰਾਇਆ ਜਾਂਦਾ। ਉਹ ਤਾਂ ਜੇ ਮਰੀਜ਼ ਦਾ ਅੰਦਰੋਂ ਮਜ਼ਬੂਤ ਹੈ ਤੇ ਉਹ ਝੱਲ ਜਾਂਦਾ, ਮਾੜਾ ਮੋਟਾ ਤਾਂ ਉਦਾਂ ਹੀ ਘਬਰਾਹਟ ਵਿੱਚ ਆ ਜਾਂਦਾ। ਸੁਖਵਿੰਦਰ, ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਹਰ ਮਹਿਕਮਿਆਂ ਦੇ ਵਿੱਚ ਨੇ, ਬਿਲਕੁਲ ਹਰ ਵਰਗ ਦੇ ਵਿੱਚ ਨੇ। ਜੇ ਆਪਾਂ ਕਹੀਏ ਵੀ ਸਾਰੇ ਲੋਕ ਉਹੇ ਜਿਹੇ ਨੇ, ਬਿਲਕੁਲ ਕਿਸੇ ਇੱਕ ਕਰਕੇ ਜਾਂ ਦੋ ਕਰਕੇ ਹੀ ਸਾਰੇ ਦਾ ਸਾਰਾ ਮਹਿਕਮਾ ਬਦਨਾਮ, ਜੇ ਉਹਨੂੰ ਸਾਰੇ ਮਹਿਕਮੇ ਨੂੰ ਆਪਾਂ ਇਹ ਗੱਲ ਕਹਿ ਦਈਏ ਕਿ ਉਹ ਕੰਮ ਨਹੀਂ ਕਰ ਰਿਹਾ, ਇਹ ਗਲਤ ਗੱਲ ਹੈ। ਜਿਹੜੇ ਇਸ ਤਰ੍ਹਾਂ ਦੀ ਬਿਰਤੀ ਵਾਲੇ ਨੇ ਉਹ ਹਰ ਥਾਂ ਦੇ ਉੱਤੇ ਨੇ। ਉਹ ਰਾਜਸੀ ਲੋਕਾਂ ਦੇ ਵਿੱਚ ਵੀ ਹੈ, ਪ੍ਰਸ਼ਾਸਨਿਕ ਲੋਕਾਂ ਦੇ ਵਿੱਚ ਵੀ ਹੈ, ਡਾਕਟਰੀ ਵਰਗ ਦੇ ਵਿੱਚ ਵੀ ਹੈ, ਸਾਡੇ ਵਿੱਚ ਵੀ ਨੇ। ਮਤਲਬ ਉਹਨਾਂ ਕਰਕੇ ਹੀ ਮਹਿਕਮਾ ਬਦਨਾਮ ਹੁੰਦਾ। ਜਿਵੇਂ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਗੱਲ ਕੀਤੀ ਕਿ ਜੇ ਤੁਸੀਂ ਮਹੀਨਾ ਕੁ ਹੋਰ ਇਤਿਹਾਦ ਵਰਤੋਂਗੇ ਤਾਂ ਆਪਾਂ ਇਸ ਤੋਂ ਮੁਕਤੀ ਪਾ ਲਵਾਂਗੇ। ਇਹ ਉਹਨਾਂ ਦਾ ਇੱਕ ਇਸ਼ਾਰਾ ਸੀ ਕਿ 1 ਮਹੀਨਾ ਅਜੇ ਪੂਰੀ ਤਰ੍ਹਾਂ ਖੁੱਲ੍ਹ ਨਹੀਂ ਮਿਲੇਗੀ। ਮਤਲਬ ਤਾਂ ਹੀ ਲੋਕਾਂ ਨੇ ਅੰਦਾਜ਼ਾ ਲਾ ਲਿਆ ਕਿ ਜੇ ਉਹਨਾਂ ਨੇ ਹੁਣ ਕਿਹਾ ਤੇ ਹੋ ਸਕਦਾ ਕਿ 15-16 ਮਈ ਤੱਕ ਜਿਵੇਂ ਲੋਕਾਂ ਦੇ ਵਿੱਚ ਚਰਚਾ ਜਾਂਦੀ ਰਹੀ। ਹਾਂ ਦੇਖੋ, ਇਹ ਤਾਂ ਜਿਵੇਂ ਅੱਜ ਮੁੱਖ ਮੰਤਰੀਆਂ ਦੇ ਨਾਲ ਉਹਨਾਂ ਨੇ ਮੀਟਿੰਗ ਕਰਨੀ ਹੈ, ਉਸ ਤੋਂ ਬਾਅਦ ਆਪਣੇ ਮੁੱਖ ਮੰਤਰੀ ਨੇ ਮਤਲਬ ਜਿਹੜੀ ਮੈਂਬਰੀ ਕਮੇਟੀ ਹੈ ਮੰਤਰੀ ਮੰਡਲ ਦੇ ਵਿੱਚ ਉਹਦੀ ਰਿਪੋਰਟ ਤੇ ਗੱਲ ਤਾਂ ਇਹੀ ਹੈ ਨਾ ਕਿ ਜੇ ਪ੍ਰਧਾਨ ਮੰਤਰੀ ਸਾਹਿਬ ਇਦਾਂ ਕਹਿ ਰਹੇ ਤਾਂ ਲੋਕ ਸਿਆਣੇ ਹੋ ਜਾਣ। ਆ ਜਿਹੜੇ 5-4 ਦਿਨ ਜਿੰਨੇ ਕ ਰਹਿੰਦੇ ਨੇ 3 ਮਈ ਤੱਕ ਸਿਆਣੇ ਹੋ ਕੇ ਸੁਖਵਿੰਦਰ ਜੀ, ਜੇ ਲੋਕ ਸਿਆਣੇ ਹੋਏ ਹੁੰਦੇ, ਲੋਕਾਂ ਨੇ ਆਪਣਾ ਫਰਜ਼ ਪਛਾਣਿਆ ਹੁੰਦਾ, ਤਾਂ ਇੱਥੇ ਸਾਡੇ ਕੀ ਆ, ਇੱਕ ਉਂਗਲ ਦੂਜੇ ਪਾਸੇ ਨੂੰ ਕਰਦੇ ਆ। ਜਿਹੜੀਆਂ 3 ਉਂਗਲਾਂ ਆਪਦੇ ਵਾਲੇ ਪਾਸੇ ਨੂੰ ਹੁੰਦੀਆਂ ਉਹਨੂੰ ਨਹੀਂ ਅਸੀਂ ਵੇਖਦੇ। ਤੁਸੀਂ ਆਪ ਹੀ ਮੈਨੂੰ ਹੁਣੇ ਕਿਹਾ ਕਿ 1975 ਮਾਮਲੇ 24 ਘੰਟਿਆਂ ਦੇ ਵਿੱਚ ਆਏ। ਜੇ ਲਾਕਡਾਊਨ ਦੇ ਵਿੱਚ ਵੀ 1975 ਮਾਮਲੇ 25 ਮਾਮਲੇ ਘੱਟ 2000 ਬੰਦਾ ਆਇਆ ਹੈਗਾ, ਤਾਂ ਜੇ ਲਾਕਡਾਊਨ ਨਾ ਕੀਤਾ ਹੁੰਦਾ ਇਹ ਜ਼ੀਰੋ, ਜਿਹਦੀ ਕੀਮਤ ਕੋਈ ਨਹੀਂ, ਜੇ ਉਹ ਇਹ 2000 ਦੇ ਪਿੱਛੇ ਲੱਗ ਜਾਂਦੀਆਂ ਤਾਂ ਇਹ ਅੰਕੜਾ ਕਿੱਥੋਂ ਤੱਕ ਜਾਂਦਾ। ਸਾਨੂੰ ਸੋਚਣਾ ਚਾਹੀਦਾ ਹੈ। ਕਿਸੇ ਦਾ ਜੀ ਨਹੀਂ ਕਰਦਾ ਕਿ ਤੁਹਾਨੂੰ ਘਰਾਂ ਦੇ ਵਿੱਚ ਬਿਠਾਇਆ ਜਾਵੇ, ਤੁਹਾਨੂੰ ਭੁੱਖੇ ਮਾਰਿਆ ਜਾਵੇ। ਜਿਹੜੀਆਂ ਨੈਗੇਟਿਵ ਪਬਲਿਸਿਟੀ ਹੈ ਉਹਨੂੰ ਅਸੀਂ ਬਹੁਤ ਤਰਜੀਹ ਦਿੰਦੇ ਹਾਂ। ਜਿਸ ਡਾਕਟਰ ਨੇ ਉਸ ਔਰਤ ਦੇ ਨਾਲ ਇਹ ਕੰਮ ਕੀਤਾ ਹੈ ਜਾਂ ਜਿਸ ਅਮਲੇ ਨੇ ਕੀਤਾ ਹੈ, ਉੱਥੋਂ ਦੇ ਸਿਵਲ ਸਰਜਨ ਨੂੰ, ਸਿਹਤ ਵਿਭਾਗ ਦੇ ਮੰਤਰੀ ਨੂੰ, ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਤੇ ਹੋਰਾਂ ਨੂੰ ਉਹਦੀ ਜਾਂਚ ਕਰਨੀ ਚਾਹੀਦੀ ਹੈ। ਕਈ ਵਾਰੀ ਅਸੀਂ ਬਾਤ ਦਾ ਬਤੰਗੜ ਵੀ ਬਣਾ ਦਿੰਨੇ ਆ। ਇੱਕ ਗੱਲ ਤਾਂ ਜਿਹੜੀ ਕਿਹਾ ਗਿਆ ਕਿ ਦੂਰੀ ਬਣਾ ਕੇ ਰੱਖੋ, ਦੂਰੀ ਤਾਂ ਇਹਦੇ ਵਿੱਚ ਬਣਾਉਣੀ ਹੁੰਦੀ ਹੈ। ਜੇ ਉਸ ਔਰਤ ਦੇ ਨਾਲ ਗਲਤ ਕੀਤਾ ਗਿਆ ਤਾਂ ਤੁਰੰਤ ਉਸ ਸੰਬੰਧਿਤ ਅਧਿਕਾਰੀ ਨੂੰ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ, ਤਾਂ ਕਿ ਕੱਲ੍ਹ ਨੂੰ ਕੋਈ ਹੋਰ ਉੱਠ ਕੇ ਉਸ ਤਰ੍ਹਾਂ ਦਾ ਕੰਮ ਨਾ ਕਰੇ। ਅਸੀਂ ਗਵਾਲੀਅਰ ਵਾਲੀ ਖਬਰ ਤੇ ਆਈਏ, ਉੱਥੇ ਆਉਣਾ ਮੈਂ ਕੁਝ ਨਾ ਕੁਝ ਸਾਨੂੰ ਵੀ ਥੋੜਾ ਬਹੁਤਾ ਸੰਜਮ ਤੇ ਸਹਿਜ ਰੱਖਣਾ ਚਾਹੀਦਾ ਹੈ। ਅਸੀਂ ਕਈ ਵਾਰੀ ਕੀ ਹੁੰਦਾ ਕਿ ਉੱਥੇ ਜਾ ਕੇ ਬੰਦੇ ਲਾਈਨ 'ਚ ਲੱਗੇ ਹੁੰਦੇ ਨੇ, ਸਾਡੀਆਂ ਵੀ ਆਦਤਾਂ ਨੇ ਕਿ ਸਾਨੂੰ ਬੰਦੇ ਜਾਣਦੇ ਹੁੰਦੇ ਨੇ, ਅਸੀਂ ਉਹਨਾਂ ਨੂੰ ਛੱਡ ਕੇ ਆਪਣੇ ਆਪ ਨੂੰ VIP ਰੂਪ ਬਣਾ ਕੇ ਪਹਿਲਾਂ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਨਹੀਂ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸਾਨੂੰ ਥੋੜੇ ਬਹੁਤੀਆਂ ਜਿਹੜੀਆਂ ਆਦਤਾਂ ਨੇ ਉਹ ਬਦਲ ਲੈਣੀਆਂ ਚਾਹੀਦੀਆਂ। ਇਸ ਕਰੋਨਾ ਦੀ ਆੜ ਦੇ ਵਿੱਚ ਕੁਝ ਸਾਡੀਆਂ ਆਦਤਾਂ ਦੇ ਵਿੱਚ ਬਦਲਾਅ ਆਇਆ ਹੈ। ਲੋਕਾਂ ਨੇ ਬਹੁ ਗਿਣਤੀ ਇਸ ਨੂੰ ਮੰਨਿਆ, ਪਰ ਕੁਝ ਲੋਕਾਂ ਨੇ ਇਹਨੂੰ ਨਹੀਂ ਮੰਨਿਆ। ਹਿਮਾਚਲ ਨੇ ਇੱਕ ਨਵਾਂ ਕੰਮ ਕੀਤਾ ਹੈਗਾ, ਸਵੇਰੇ 5 ਤੋਂ ਲੈ ਕੇ ਸ਼ਾਇਦ 5:30 ਤੋਂ ਲੈ ਕੇ 7 ਵਜੇ ਤੱਕ ਉਹਨਾਂ ਨੇ 1.5 ਘੰਟਾ ਜਿਹੜਾ ਉਹ ਸੈਰ ਵਾਲਾ ਉਹ ਕਹਿਤਾ ਵੀ ਦੂਰੀ ਬਣਾ ਕੇ ਜੇ ਤੁਸੀਂ ਸੈਰ ਕਰਨੀ ਆ ਤਾਂ ਕਰ ਸਕਦੇ ਹੋ। ਬਿਲਕੁਲ ਇਸ ਤਰ੍ਹਾਂ ਦੇ ਕਦਮ ਜਿਹੜੇ ਆ ਸਾਨੂੰ ਵੀ ਕਰ ਦੇਣੇ ਚਾਹੀਦੇ ਆ। ਹੁਣ ਜਿਹੜੀ ਇਹ ਮੀਟਿੰਗ ਹੋਣੀ ਆ ਉਹਦੇ ਵਿੱਚ ਕੀ ਹੁੰਦਾ ਕੀ ਨਹੀਂ, ਹੁਣ ਤੁਸੀਂ ਆ ਜਾਓ, ਜਿਹੜੀ ਗਵਾਲੀਅਰ ਵਾਲੀ ਗੱਲ ਹੈ ਜੀ। ਆਪਾਂ ਇਹਦੇ ਤੇ ਗੱਲ ਕਰ ਰਹੇ ਸੀ ਕਿ ਉਹਨਾਂ ਦੇ ਜਿਹੜੇ ਫੋਰਮੈਨ ਨੇ, ਉਹਨਾਂ ਦੇ ਜਿਹੜੇ ਹੋਰ ਤਕਨੀਕੀ ਬੰਦੇ ਸੀ, ਇਹ ਉੱਥੋਂ ਪੰਜਾਬ ਚੋਂ ਗਏ, ਕੰਬਾਈਨਾਂ ਦੇ ਨਾਲ ਗਏ। ਜੇ ਕੰਬਾਈਨਾਂ ਵਾਲੇ ਵਾਪਸ ਆ ਗਏ, ਇਹਨਾਂ ਬੰਦਿਆਂ ਨੂੰ ਉੱਥੇ ਛੱਡ ਕੇ ਆਏ ਨੇ ਤਾਂ ਜ਼ਿੰਮੇਵਾਰ ਤਾਂ ਉਹ ਵੀ ਬੰਦੇ ਨੇ। ਜੇ ਉਹ ਕੰਬਾਈਨਾਂ ਲੈ ਕੇ ਆਏ ਨੇ, ਆਪਦੇ ਬੰਦਿਆਂ ਨੂੰ ਉੱਥੇ ਛੱਡ ਕੇ ਕਿਉਂ ਆਏ? ਇਸ ਦੀ ਨਿਰਪੱਖਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। 650 ਕਿਲੋਮੀਟਰ ਗਵਾਲੀਅਰ ਤੋਂ ਲੈ ਕੇ ਬਠਿੰਡੇ ਆਉਣਾ, 3-4 ਰਾਜਾਂ ਦੇ ਵਿੱਚੋਂ ਲੰਘ ਕੇ ਆਏ ਨੇ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਸਾਡੇ ਤਾਂ ਜੀ ਬਾਰਡਰ ਸੀਲ ਕੀਤੇ ਹੋਏ ਨੇ। ਜੇ ਸੀਲ ਕੀਤੇ ਹੋਏ ਨੇ, ਕੋਈ ਇਹ ਸੂਈ ਦਾ ਨੱਕਾ ਤਾਂ ਨਹੀਂ ਸੀ ਉਹਦੇ ਵਿੱਚ ਦੀ ਨਿਕਲ ਕੇ ਆ ਗਏ, ਟਰੱਕ ਦੇ ਵਿੱਚ ਬੈਠੇ ਨੇ। ਉਹ ਟਰੱਕ ਵਾਲੇ ਤੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਦੇਖੋ ਇਸ ਜ਼ਮਾਨੇ ਦੇ ਵਿੱਚ, ਅੱਜ ਦੇ ਜ਼ਮਾਨੇ ਦੇ ਵਿੱਚ ਲਾਲਚ ਹਰ ਬੰਦੇ ਨੂੰ ਹੋ ਜਾਂਦਾ। ਉਹ ਕਹਿੰਦੇ ਵੀ ਸਾਤੋਂ 2500 ਜਾਂ 3000 ਰੁਪਇਆ ਲਿਆ ਗਿਆ।
ਕੋਈ ਡਿਸਟੈਂਸ ਨਹੀਂ ਰੱਖਿਆ ਗਿਆ। ਉਹਨਾਂ ਦੀ ਹੁਣ ਜਾਂਚ ਹੋਣੀ ਚਾਹੀਦੀ ਹੈ। ਬਠਿੰਡੇ ਦੇ ਵਿੱਚ ਵੀ ਆ ਕੇ ਕਿਸੇ ਪੁਲਿਸ ਵਾਲੇ ਨੇ ਨਹੀਂ ਫੜਿਆ ਉਹਨਾਂ ਨੂੰ, ਆਮ ਲੋਕਾਂ ਦੀ ਨਜ਼ਰ 'ਚ ਪਿਆ, ਉਹਨਾਂ ਨੇ ਉਹਨੂੰ ਰੋਕਿਆ, ਉਹ ਉੱਥੇ ਤਾਰ ਕੇ ਅੱਗੇ। ਢਿੱਲੋਂ ਸਾਹਿਬ, ਅਸੀਂ ਇਹਦੇ ਦੂਜੇ ਪੱਖ ਤੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਕਾਲਰ ਜੁੜ ਗਏ ਨੇ। ਸਵਾਗਤ ਹੈ ਜੀ ਤੁਹਾਡਾ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਹੈਲੋ, ਹਾਂਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਕਿਸ ਬਾਰੇ ਜਾਣਕਾਰੀ ਲੈਣੀ ਹੈ ਜੀ? ਕਿਸ ਬਾਰੇ ਜਾਣਕਾਰੀ ਲੈਣੀ ਹੈ ਜੀ? ਸਾਡੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਢਿੱਲੋਂ ਸਾਹਿਬ। ਦੂਜਾ ਪੱਖ ਗਵਾਲੀਅਰ ਦੀ ਖਬਰ ਦਾ ਇਹ ਵੀ ਹੈ ਨਾ ਕਿ ਸਾਡੇ ਪ੍ਰਸ਼ਾਸਨ ਦੀਆਂ ਖਾਮੀਆਂ ਨੇ। ਜੇ ਨੰਦੇੜ ਸਾਹਿਬ ਵਾਲਿਆਂ ਦੀਆਂ ਖਬਰਾਂ ਲਗਾਤਾਰ ਪ੍ਰਕਾਸ਼ਿਤ ਹੋਈਆਂ ਤਾਂ ਪਤਾ ਲੱਗਿਆ ਇਹਨਾਂ ਨੂੰ ਜਾ ਕੇ ਕਿ ਹਜ਼ੂਰ ਸਾਹਿਬ ਸਾਡੇ ਸ਼ਰਧਾਲੂ ਫਸੇ ਨੇ ਤੇ ਇਹਨਾਂ ਨੇ ਉੱਥੇ ਸਿਆਸਤ ਕੀਤੀ। ਹੁਣ ਰਾਜਸਥਾਨ ਵਿੱਚ ਫਸੇ ਨੇ, ਕਈ ਸੂਬਿਆਂ 'ਚ ਵਿਦਿਆਰਥੀ ਸਾਡੇ ਫਸੇ ਨੇ। ਜੇ ਇਹ ਗਵਾਲੀਅਰ 'ਚ ਫਸੇ ਸੀ ਤਾਂ ਸਾਡੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਹਨਾਂ ਦੀ ਲਿਸਟਾਂ ਮੰਗਾਉਣ, ਇਹਨਾਂ ਦੇ ਘਰਦਿਆਂ ਤੱਕ ਪਹੁੰਚ ਕਰਨ ਤੇ ਇਹਨਾਂ ਨੂੰ ਲੈ ਕੇ ਆਉਣ। ਉਹ ਵਿਚਾਰੇ ਭੁੱਖੇ ਭਾਣੇ ਉੱਥੇ ਰਹਿ ਰਹੇ ਨੇ, ਪਰਿਵਾਰਾਂ ਤੋਂ ਬਿਨਾਂ ਰਹਿਣਾ ਤਕਰੀਬਨ 1.5 ਮਹੀਨਾ ਹੋ ਗਿਆ। ਉੱਥੇ ਕੰਮਕਾਰ ਕੋਈ ਨਹੀਂ ਤੇ ਰੋਟੀ ਪਾਣੀ ਦਾ ਗੁਜ਼ਾਰਾ ਔਖਾ ਆ। ਉਹ ਅੱਕ ਕੇ ਆਏ ਨੇ ਨਾ ਢਿੱਲੋਂ ਸਾਹਿਬ। ਸੁਖਵਿੰਦਰ, ਜਦੋਂ ਇਹ ਲਾਕਡਾਊਨ ਕੀਤਾ ਗਿਆ 22 ਮਾਰਚ ਨੂੰ, ਪਹਿਲਾਂ ਜਨਤਾ ਕਰਫਿਊ ਲਾਇਆ। ਜਨਤਾ ਕਰਫਿਊ ਤੋਂ ਬਾਅਦ ਪੰਜਾਬ ਦੇ ਵਿੱਚ ਤਾਂ ਨਾਲ ਦੀ ਨਾਲ ਕਰਫਿਊ ਲੱਗ ਗਿਆ। ਮੈਂ ਸਮਝਦਾ ਕਿ ਉਸ ਵੇਲੇ 1 ਜਾਂ 2 ਦਿਨ ਦਾ ਸਮਾਂ ਦੇਣਾ ਚਾਹੀਦਾ ਸੀ। ਬਿਲਕੁਲ, ਕਿ ਤੁਸੀਂ 2 ਦਿਨਾਂ ਦੇ ਵਿੱਚ ਆਪਣੇ ਆਪਣੇ ਟਿਕਾਣੇ ਤੇ ਪਹੁੰਚ ਜਾਓ, ਤਾਂ ਉਸ ਤੋਂ ਬਾਅਦ ਅਸੀਂ ਕਰਫਿਊ ਲਾਉਣ ਲੱਗੇ ਹਾਂ। ਅੱਜ ਜਿਹੜੀ ਰਾਸ਼ਨ ਖਾਣੇ ਦੀ ਸਮੱਸਿਆ ਆ ਰਹੀ ਆ, ਉਹਦਾ ਵੀ ਇਹੀ ਕਾਰਨ ਹੈ ਕਿ ਅਸੀਂ ਨਾਲ ਦੀ ਨਾਲ ਹੀ ਕਰਫਿਊ ਇੰਪੋਜ਼ ਕਰਤਾ, ਜਿਹੜਾ ਕਿ ਕੁਝ ਸਮਾਂ ਦੇਣਾ ਚਾਹੀਦਾ ਸੀ। ਜੋ ਸਮਾਂ ਦਿੱਤਾ ਜਾਂਦਾ ਤਾਂ ਲੋਕ ਆਪਦਾ ਰਾਸ਼ਨ, ਇਹ ਜਿਹੜੇ ਬਾਹਰ ਤੁਰੇ ਬੈਠੇ ਹੋਏ ਸੀ, ਇਹ ਪੁੱਜ ਜਾਂਦੇ। ਅੱਜ ਵੀ ਇਹ ਤੋਂ ਸਬਕ ਲੈ ਲੈਣਾ ਚਾਹੀਦਾ ਕਿ ਜਦੋਂ ਕੋਈ ਵਿਅਕਤੀ ਪੰਜਾਬ ਚੋਂ ਜਾਂ ਦੂਜੇ ਰਾਜ ਦੇ ਵਿੱਚ ਜਾਂਦਾ ਹੈਗਾ, ਉਸ ਦੀ ਬਕਾਇਦਾ ਰਜਿਸਟ੍ਰੇਸ਼ਨ ਹੋਵੇ, ਜ਼ਿਲ੍ਹਾ ਪ੍ਰਸ਼ਾਸਨ ਕੋਲੇ ਉਹਦਾ ਸੂਚੀ ਹੋਵੇ ਕਿ ਆਹ ਬੰਦੇ ਸਾਡੇ MP ਦੇ ਵਿੱਚ। ਆਮ ਤੌਰ ਤੇ ਬਹੁ ਗਿਣਤੀ ਬੰਦੇ ਸਾਡੇ ਗੁਜਰਾਤ ਜਾਂ ਮੱਧ ਪ੍ਰਦੇਸ਼ ਦੇ ਵਿੱਚ ਹੀ ਕਣਕ ਵੱਢਣ ਜਾਂਦੇ ਨੇ, ਕਿਉਂਕਿ ਉੱਥੇ ਕਣਕ ਸਾਡੇ ਨਾਲੋਂ ਪਹਿਲਾਂ ਆ ਜਾਂਦੀ ਹੈ। ਉੱਥੇ ਆਮ ਤੌਰ ਤੇ ਕਣਕ 15 ਮਾਰਚ ਤੱਕ ਆ ਜਾਂਦੀ ਹੈ। 15 ਮਾਰਚ ਤੋਂ ਲੈ ਕੇ 31 ਮਾਰਚ ਤੱਕ ਬਹੁ ਗਿਣਤੀ ਲੋਕ ਉੱਥੇ 15 ਦਿਨ ਦਾ ਸੀਜ਼ਨ ਲਾਏ ਆਉਂਦੇ ਨੇ। ਸਾਡੇ ਇੱਥੇ ਜਿਹੜੀ ਅਪ੍ਰੈਲ ਦੇ ਪਹਿਲੇ ਹਫ਼ਤੇ ਆਉਂਦੀ ਆ, ਬਾਅਦ ਦੇ ਵਿੱਚ ਇੱਥੇ ਆ ਕੇ ਦੇਖੋ, ਇਹ ਮਿਹਨਤ ਹੈ ਲੋਕਾਂ ਦੀ। ਲੋਕ ਮਿਹਨਤ ਦੇ ਨਾਲ ਆਪਦੀ ਰੋਜੀ ਰੋਟੀ ਕਮਾਉਣ ਵਾਸਤੇ ਜਾਂਦੇ ਨੇ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉੱਥੇ ਉਲਝ ਗਏ। ਜੇ ਇਹ ਗਵਾਲੀਅਰ ਦੇ ਵਿੱਚ ਵੀ ਜੋ ਮੰਨ ਲਓ ਆਪਾਂ ਇੰਨੇ ਬੰਦੇ ਜਿਹੜੇ ਸੀਗੇ ਉੱਥੇ ਹੈਗੇ ਨੇ, ਤਾਂ ਗਵਾਲੀਅਰ ਦੇ ਪ੍ਰਸ਼ਾਸਨ ਨੂੰ ਵੀ ਇਸ ਮਾਮਲੇ 'ਚ ਚਾਹੀਦਾ ਸੀਗਾ ਕਿ ਉਹਨਾਂ ਦਾ ਪ੍ਰਬੰਧ ਕਰਦਾ। ਕਿੱਥੇ ਉਹ 3-3 ਹਜ਼ਾਰ 2500 ਰੁਪਇਆ ਦੇ ਕੇ ਆਏ ਨੇ, ਉਹਨਾਂ ਨੂੰ ਵਾਜਬ ਦਰਾਂ ਦੇ ਉੱਤੇ ਯੋਗ ਪ੍ਰਣਾਲੀ ਦੇ ਰਾਹੀਂ ਇੱਥੇ ਪਹੁੰਚਾਇਆ ਜਾਂਦਾ ਹੈ। ਹੁਣ ਜਿਹੜੀ ਗੱਲ ਇਹ ਕਹੀ ਹੈ, ਜੇ 650 ਕਿਲੋਮੀਟਰ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਜਾਂਚ ਨਹੀਂ ਕੀਤੀ ਬਠਿੰਡੇ ਤੱਕ, ਇਹਨਾਂ ਨੇ ਅੱਗੇ ਵੀ ਲੰਘ ਜਾਣਾ ਸੀ, ਕਿਉਂਕਿ ਇਸ ਵੇਲੇ ਟਰੱਕ ਚੱਲ ਰਹੇ ਨੇ। ਟਰੱਕ ਜਿਹੜੀਆਂ ਰੋਜ਼ਾਨਾ ਜ਼ਰੂਰੀ ਦੀਆਂ ਐਸੈਂਸ਼ੀਅਲ ਸਰਵਿਸਿਜ਼ ਨੇ, ਉਹਨਾਂ ਵਾਸਤੇ ਚੱਲ ਰਹੇ ਨੇ। ਇਹ ਟਰੱਕ ਦੇ ਵਿੱਚ ਇਹਨਾਂ ਨੇ ਇੱਥੋਂ ਤੱਕ ਪਹੁੰਚ ਜਾਣਾ ਸੀ। ਜਿੰਨੇ ਗੱਲ ਇਹ ਵੀ ਹੈ ਨਾ ਕਿ 2000 ਬੰਦੇ ਤੋਂ ਲੈ ਲਿਆ ਤੇ 70 ਬੰਦੇ ਸੀ, 2500 ਦੇ ਕਰੀਬ ਲੈ ਲਿਆ। 2500 ਤੋਂ 3000 ਦੇ ਕਰੀਬ ਉਹ ਦੱਸ ਰਹੇ ਨੇ। ਚਲੋ 2500 ਵੀ ਜੇ ਆਪਾਂ ਮੰਨ ਲਈਏ, 2500 ਨੂੰ ਵੀ ਜੇ ਆਪਾਂ ਮੰਨ ਲਈਏ ਤਾਂ ਲੱਖ ਰੁਪਏ ਦੇ ਲਗਭਗ ਹੋ ਗਿਆ। ਉਸ ਟਰੱਕ ਨੇ, ਉਸ ਬੰਦੇ ਨੇ ਜੇ ਲੱਖ ਰੁਪਇਆ ਲਿਆ ਤਾਂ 15-20 ਹਜ਼ਾਰ ਰੁਪਇਆ ਤੇਲ ਤੂਲ ਉਹਦਾ ਲੱਗੇਗਾ ਵੀ, ਪਰ ਉਹਨੇ ਉਲੰਘਣਾ ਤਾਂ ਕੀਤੀ ਹੈ। ਜਿਨ੍ਹਾਂ ਨੇ ਉਹ ਜਿੰਨੇ ਬਾਰਡਰਾਂ ਦੇ ਉੱਤੋਂ ਕ੍ਰਾਸ ਹੋਏ ਨੇ, ਜਿੰਨੇ ਉੱਥੇ ਡਿਊਟੀ ਕਰਦੇ ਸੀ, ਪਹਿਲਾਂ ਤਾਂ ਉਹਨਾਂ ਨੂੰ ਬੰਨਣਾ ਚਾਹੀਦਾ ਕਿ ਪਹਿਲਾਂ ਗਵਾਲੀਅਰ ਤੋਂ ਹੀ ਉਹ ਕਿਉਂ ਤੁਰਨ ਦਿੱਤੇ ਗਏ। ਸਭ ਤੋਂ ਵੱਡੀ ਨਲਾਇਕੀ ਤਾਂ ਗਵਾਲੀਅਰ ਪ੍ਰਸ਼ਾਸਨ ਦੀ ਹੈ। ਉਸ ਤੋਂ ਬਾਅਦ ਜਿਹੜੇ ਦੂਜੇ ਨੇ, ਹਰਿਆਣਾ ਵੀ ਆਉਂਦਾ ਹੈ, ਰਾਜਸਥਾਨ ਵੀ ਆਉਂਦਾ ਹੈ। ਇੱਕ ਪਾਸੇ ਤਾਂ ਨੰਦੇੜ ਸਾਹਿਬ ਦੇ ਇਹਨਾਂ ਸ਼ਰਧਾਲੂਆਂ ਨੂੰ ਲਿਆਉਣ ਵਾਸਤੇ ਕੇਂਦਰੀ ਗ੍ਰਹਿ ਮੰਤਰਾਲੇ ਦਾ ਸਾਨੂੰ ਸਹਾਰਾ ਲੈਣਾ ਪਿਆ, ਉਹਨਾਂ ਤੋਂ ਆਗਿਆ ਲੈਣੀ ਪਈ। ਪਰ ਇਹ ਦੰਦ ਲਾਉਂਦੇ ਜਿਵੇਂ ਤੁਰੇ ਫਿਰਦੇ ਨੇ, ਇਹ ਤੋਂ ਸਪਸ਼ਟ ਹੁੰਦਾ ਹੈ ਕਿ ਹਰ ਥਾਂ ਦੇ ਉੱਤੇ ਸਿਰਫ ਖਾਨਾ ਪੂਰਤੀ ਕੀਤੀ ਜਾ ਰਹੀ ਹੈ, ਉਸ ਦਾ ਕੱਖ ਨਹੀਂ ਕੀਤਾ ਜਾ ਰਿਹਾ ਹੈ। ਕੱਲੇ ਨੰਦੇੜ ਵਾਲਿਆਂ ਨਾਲ ਢਿੱਲੋਂ ਸਾਹਿਬ ਸਰਦਾ ਨਹੀਂ ਨਾ, ਹੋਰ ਵੀ ਬਾਕੀ ਫਸੇ ਹੋਏ ਨੇ। ਜਿਵੇਂ ਜਿਹੜੇ ਵਿਦਿਆਰਥੀ ਕਈ ਥਾਵਾਂ ਤੇ ਫਸੇ ਹੋਏ ਨੇ, ਨੰਦੇੜ ਸਾਹਿਬ ਤੇ ਤਾਂ ਮਸਲਾ ਹੈ ਨਾ, ਇਹਨਾਂ ਨੂੰ ਲੱਗਦਾ ਕਿ ਸਿੱਖਾਂ ਦਾ ਮਸਲਾ, ਅਸੀਂ ਇਹਨੂੰ ਹੋਰ ਹਾਈਕ ਦੇਖੋ, ਜਿਹੜੇ ਹੋਰਾਂ ਥਾਵਾਂ ਤੇ ਵਿਦਿਆਰਥੀ ਫਸੇ ਹੋਏ ਨੇ ਜੀ, ਕਈ ਥਾਵਾਂ ਦੇ ਉੱਤੇ ਕੋਈ ਮੁਲਾਜ਼ਮ ਫਸੇ ਹੋਏ ਨੇ, ਕਈ ਥਾਵਾਂ ਦੇ ਉੱਤੇ ਜਿਹੜੇ ਬੰਦੇ ਬਾਹਰ ਜਾ ਕੇ ਕੰਪਨੀਆਂ 'ਚ ਕੰਮ ਕਰਦੇ ਆ, ਉਹ ਵੀ ਫਸੇ ਹੋਏ ਨੇ। ਇਹਦੇ ਲਈ ਮੈਂ ਸਮਝਦਾ ਕਿ ਦੇਸ਼ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਵਾਲਾ ਨੰਬਰ ਜਾਰੀ ਕਰਨਾ ਚਾਹੀਦਾ ਹੈ ਕਿ ਜਿਹੜੇ ਬੰਦੇ ਉੱਥੇ ਫਸੇ ਹੋਏ ਨੇ, ਇਸ ਨੰਬਰ ਦੇ ਉੱਤੇ ਆਪਣੀ ਜਾਣਕਾਰੀ ਦਿਓ, ਤਾਂ ਕਿ ਉਹਨਾਂ ਦਾ ਢੁਕਵਾਂ ਪ੍ਰਬੰਧ ਕੀਤਾ ਜਾ ਸਕੇ। ਲਾਕਡਾਊਨ ਲਾਉਣ ਤੋਂ ਪਹਿਲਾਂ ਦੇਸ਼ ਨੇ ਉਸ ਤਰ੍ਹਾਂ ਦੇ ਪ੍ਰਬੰਧ ਨਹੀਂ ਕੀਤੇ, ਨਾ ਰਾਜਾਂ ਨੇ ਕੀਤੇ, ਨਾ ਦੇਸ਼ ਨੇ ਕੀਤੇ।
ਚੰਗਾ ਤਾਂ ਇਹ ਸੀ ਕਿ ਕੁਝ ਸਮਾਂ ਦੇ ਦਿੱਤਾ ਜਾਂਦਾ, ਭਾਵੇਂ ਲੋਕ ਜਿਹੜੇ ਅਫੋਰਡ ਕਰ ਸਕਦੇ ਸੀ ਉਹ ਬਾਈ 에ਅਰ ਆ ਜਾਂਦੇ, ਜਿਹੜੇ ਬੰਦੇ ਨਹੀਂ ਅਫੋਰਡ ਕਰ ਸਕਦੇ ਸੀ ਉਹ ਰੇਲਾਂ ਰਾਹੀਂ ਜਾਂ ਹੋਰ ਸਾਧਨਾਂ ਰਾਹੀਂ। ਜਿੱਥੇ ਜਿੱਥੇ ਵੀ ਇਹ ਲੋਕ ਫਸੇ ਸੀ ਉੱਥੋਂ ਦੇ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ। ਹੁਣ ਇਹ ਲੋਕ ਇੱਥੋਂ ਤੱਕ ਆਏ ਨੇ, ਜੇ ਆ ਵੀ ਗਏ ਨੇ ਤਾਂ ਪਹਿਲਾਂ ਇਹਨਾਂ 17 ਦੀ ਜਾਂਚ ਹੋਣੀ ਚਾਹੀਦੀ ਹੈ। ਜਾਂਚ ਕਰਕੇ ਉਹ ਜਿਹੜੇ ਉਹਨਾਂ ਦੇ ਵਿੱਚੋਂ ਪ੍ਰਭਾਵਿਤ ਹੁੰਦੇ ਨੇ ਉਹਨਾਂ ਨੂੰ ਹੁਣੇ ਸਾਂਭ ਲੈਣਾ ਚਾਹੀਦਾ, ਨਹੀਂ ਇਹ 70 ਦੇ 70 ਲੋਕ ਪਤਾ ਨਹੀਂ ਕਿੰਨਿਆਂ ਕੁ ਨੂੰ ਹੋਰ ਨੂੰ ਪ੍ਰਭਾਵਿਤ ਕਰਨਗੇ। ਜੀ ਢਿੱਲੋਂ ਸਾਹਿਬ, ਦੂਜੀ ਗੱਲ, ਆਰਐਸਐਸ ਦੇ ਮੁਖੀ ਮੋਹਨ ਭਾਗਵਤ ਕਹਿੰਦੇ ਨੇ ਕਿ ਹੁਣ ਸਵਦੇਸ਼ੀ ਦਾ ਮੌਕਾ। ਸਵਦੇਸ਼ੀ ਦਾ ਮੌਕਾ ਤਾਂ ਉਸ ਵੇਲੇ ਵੀ ਚੱਲ ਪਿਆ ਸੀ ਪਿੱਛੇ, ਜਦੋਂ ਰਾਮਦੇਵ ਹੋਰਾਂ ਨੇ ਆਪਣੀ ਪਤੰਜਲੀ ਚਲਾ ਦਿੱਤੀ, ਹੋਰ ਬਾਕੀ ਬਾਬਿਆਂ ਨੇ ਜਿਵੇਂ ਆਸਾਰਾਮ ਵਰਗਿਆਂ ਨੇ ਬੜਾ ਕੁਝ ਇੱਥੇ ਬਣਾ ਪੈਦਾ ਕੀਤਾ। 1.5 ਗੁਣਾ ਤੋਂ ਵੱਧ ਮੁੱਲ ਲੈਂਦੇ ਨੇ, ਗੱਲ ਕਰਦੇ ਨੇ ਸਵਦੇਸ਼ੀ ਦੀ, ਵਿਕਾਸ ਦੀਆਂ ਗੱਲਾਂ ਕਰਦੇ ਨੇ। ਲੱਗਦਾ ਹੈ ਕਿ ਕੁਝ ਸੁਧਾਰ ਕਰਨਗੇ ਕਿ ਆਰਐਸਐਸ ਮੁਖੀ ਫੇਰ ਉਹੀ ਗੱਲਾਂ ਜਿਹੜੀਆਂ ਇਹਨਾਂ ਦੀਆਂ ਨੀਤੀਆਂ ਚੱਲਦੀਆਂ ਨੇ, ਸਵਦੇਸ਼ੀ ਦੇ ਨਾਂ ਤੇ ਲੋਕਾਂ ਦੀ ਲੁੱਟ ਹੈ ਨਾ। ਜਾਂ ਤਾਂ ਇਹ ਹੋਵੇ ਕਿ ਅੱਧੋ ਅੱਧ ਰੇਟ ਦੇ ਉੱਤੇ ਤੁਸੀਂ ਚੀਜ਼ਾਂ ਦੇ ਰਹੇ ਹੋ, ਤੁਸੀਂ ਆਪਣੇ ਮੁਲਕ 'ਚ ਬਣਾ ਰਹੇ ਹੋ ਤੇ ਆਪਣੇ ਲੋਕਾਂ ਨੂੰ ਲੁੱਟ ਰਹੇ ਹੋ। ਦੇਖੋ, ਗੱਲਾਂ ਇਹ ਹੈਗੀਆਂ ਨੇ ਕਿ ਜਿਹੜੀ ਇਹ ਐਸੈਂਸ਼ੀਅਲ ਸੇਵਾਵਾਂ ਨੇ, ਐਸੈਂਸ਼ੀਅਲ ਵਸਤਾਂ ਨੇ, ਜ਼ਰੂਰੀ ਵਸਤਾਂ ਨੇ, ਇਹਨਾਂ ਦੀ ਕੀਮਤ ਨਿਰਧਾਰਿਤ ਹੋਣੀ ਚਾਹੀਦੀ ਹੈ ਕਿ ਇਸ ਤੋਂ ਵੱਧ ਨਹੀਂ ਲੈ ਸਕਦੇ। ਜਿਵੇਂ ਕਰਫਿਊ ਦੇ ਵਿੱਚ ਬਹੁਤ ਸਾਰੇ ਪ੍ਰਸ਼ਾਸਨ ਨੇ ਰਾਸ਼ਨ ਦਾ, ਭਾਵੇਂ ਜਿਹੜੀ ਕਾਲਾ ਬਾਜ਼ਾਰੀ ਵਾਲੇ ਨੇ ਉਹ ਟਿਕ ਨਹੀਂ ਰਹੇ, ਆਪਦਾ ਕੰਮ ਕਰ ਰਹੇ ਨੇ। ਪਤਾ ਨਹੀਂ ਕਿੰਨਾ ਕੁ ਪੈਸਾ, ਜੇ ਉਹਨਾਂ ਨੂੰ ਇਟਲੀ ਤੋਂ ਸਬਕ ਲੈ ਲੈਣਾ ਚਾਹੀਦਾ ਹੈ ਕਿ ਉੱਥੇ ਲੋਕਾਂ ਨੇ ਡਾਲਰ ਸੜਕਾਂ ਤੇ ਸਿੱਟ ਤੇ ਕਿ ਕਮਾਏ ਹੋਏ ਡਾਲਰ ਸਾਡੇ ਕਿਸੇ ਕੰਮ ਨਹੀਂ ਹੈਗੇ। ਉਹਨਾਂ ਪੈਸਿਆਂ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ, ਸਾਡੇ ਸਿਆਸੀ ਲੋਕਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੈਗਾ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੈਂਸਰ ਦੀ ਵਰਗੀ ਬਿਮਾਰੀ ਤੋਂ ਵਿਸ਼ਵ ਪੱਧਰ ਤੇ ਵੀ ਬਚਾਇਆ ਨਹੀਂ ਜਾ ਸਕਿਆ, ਹਾਲਾਂਕਿ ਪੈਸੇ ਉਹਨਾਂ ਨੇ ਸਰਕਾਰੀ ਖਜ਼ਾਨੇ 'ਚ ਪਾ ਦਿੱਤੇ, ਪਰ ਪੈਸੇ ਨਾਲ ਹੱਲ ਨਹੀਂ ਹੋਇਆ। ਇਹ ਮੋਹਨ ਭਾਗਵਤ ਸਾਹਿਬ ਨੇ 2 ਗੱਲਾਂ ਕੀਤੀਆਂ ਨੇ। ਉਹਨਾਂ ਦੀ ਇੱਕ ਗੱਲ ਨਾਲ ਤਾਂ ਮੈਂ ਸਹਿਮਤ ਹਾਂ ਕਿ ਵਾਤਾਵਰਨ ਨੂੰ ਸੰਭਾਲਣ ਵਾਸਤੇ ਸਾਨੂੰ ਕੰਮ ਕਰਨਾ ਚਾਹੀਦਾ। ਜਿਹੜੀ ਗੱਲ ਮੋਹਨ ਭਾਗਵਤ ਸਾਹਿਬ ਅੱਜ ਕਹਿੰਦੇ ਨੇ, ਇਹ ਗੱਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ 1469 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਉਸ ਤੋਂ ਕੁਝ ਸਾਲ ਬਾਅਦ ਹੀ ਕਰਤਾ ਸੀ। ਭਾਵ 15ਵੀਂ ਸਦੀ ਦੇ ਵਿੱਚ ਹੀ ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ, ਧਰਤ ਮਹੱਤ, ਅਸੀਂ ਉਹਦੇ ਵਿੱਚ ਕਿੰਨਾ ਕੁ ਖਰੇ ਉਤਰੇ ਆ। ਸਾਰੀ ਧਰਤੀ ਪਲੀਤ ਅਸੀਂ ਕਰਤੀ। ਇੱਥੇ ਜਿਹੜਾ ਜੰਗਲ ਹੈ ਉਹ 3 ਹਿੱਸਾ ਚਾਹੀਦਾ ਕੁੱਲ ਧਰਤੀ ਦੇ ਰਕਬੇ ਦਾ। ਪੰਜਾਬ ਦਾ ਇਹ ਅੰਕੜਾ ਕਿਸੇ ਵੇਲੇ 14-15% ਹੁੰਦਾ ਸੀ, ਜਿਹੜਾ ਇਸ ਵੇਲੇ ਘਟ ਕੇ 7 ਤੋਂ ਵੀ ਥੱਲੇ ਆ ਗਿਆ। ਅੱਜ ਤੋਂ ਕੋਈ 10 ਕੁ ਸਾਲ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸਮਾਗਮ ਵਿੱਚ ਕਿਹਾ ਸੀ ਕਿ ਅਸੀਂ ਕਾਕਾ ਅਗਲੇ 5 ਸਾਲਾਂ ਦੇ ਵਿੱਚ ਪੰਜਾਬ ਦੀ ਧਰਤੀ ਦਾ ਜਿਹੜਾ ਜੰਗਲਾਤ ਹੈ ਉਹ 7% ਤੋਂ ਵਧਾ ਕੇ 14 ਕਰ ਦਿਆਂਗੇ। 14% ਕੀਤਾ, ਉਲਟਾ 6.30 ਹੋ ਗਿਆ। ਜਿਹੜੀਆਂ ਸੜਕਾਂ ਬਣੀਆਂ, ਉਹਨਾਂ ਸੜਕਾਂ ਦੇ ਅਗੇਂਸਟ ਜਿੰਨੇ ਦਰਖਤਾਂ ਦੀ ਇੱਥੇ ਕਟਾਈ ਹੋਈ, ਕਤਲ ਹੋਏ ਦਰਖਤਾਂ ਦੇ, ਉਹਦੇ ਅਗੇਂਸਟ ਕਿੰਨਾ ਕੁ ਅਸੀਂ ਬੀਜਿਆ। ਹੁਣ ਅਸੀਂ ਕੀਤਾ ਕਿ 550 ਦਰਖਤ ਇੱਕ ਜਿਹੜਾ ਪਿੰਡ ਲਾਤੇ, ਉਹਦੀ ਜਾਣਕਾਰੀ ਵੀ ਜਾਰੀ ਕਰ ਦਿਓ ਵੀ ਜਿਹੜੇ 550 ਪ੍ਰਤੀ ਪਿੰਡ ਤੁਸੀਂ ਲਵਾਇਆ ਸੀ ਉਹ 'ਚੋਂ ਸਾਂਭੇ ਕਿੰਨੇ ਗਏ ਨੇ, ਕਿੰਨੇ ਬੱਚੇ ਨੇ। ਜਦੋਂ ਅਸੀਂ ਇੱਥੇ ਝੋਨੇ ਦਾ ਸੀਜ਼ਨ ਆਉਂਦਾ, ਅੱਗਾਂ ਲਾ ਕੇ ਉਹਨਾਂ ਬੂਟਿਆਂ ਨੂੰ ਪਲੀਤ ਕਰਦੇ ਆ, ਉਹਨਾਂ ਬੂਟਿਆਂ ਨੂੰ ਨਸ਼ਟ ਕਰ ਦਿੰਦੇ ਆ, ਸਾੜ ਦਿੰਦੇ ਆ, ਉਦੋਂ ਕਿੱਧਰਲੇ ਪਾਸੇ ਜਾਂਦਾ ਹੈਗਾ। ਅਸੀਂ ਆਪਣੀ ਜ਼ਿੰਮੇਵਾਰੀ ਤੇ ਨਹੀਂ ਖੜੇ। ਮੈਂ ਅੱਜ ਵੀ ਕਹਿਣਾ ਕਿ ਅਸੀਂ ਲੋਕ ਜਿਹੜੇ ਟਾਹਣੇ ਤੇ ਬੈਠੇ ਆ ਉਸੇ ਟਾਹਣੇ ਨੂੰ ਵੱਢ ਰਹੇ ਹਾਂ। ਹੁਣ ਜੇ ਇਸ ਵੇਲੇ ਮੌਸਮ ਦੇ ਵਿੱਚ ਤਬਦੀਲੀ ਆ ਗਈ ਹੈ, ਹਵਾ ਦੀ ਗੁਣਵੱਤਾ ਸੁਧਰ ਗਈ ਹੈ, ਇਹ ਕਿਹਨੇ ਪੈਦਾ ਕੀਤੀ ਹੈ? ਮਨੁੱਖ ਨੇ ਕੀਤੀ ਹੈ ਨਾ। ਪਾਣੀ ਬਹੁਤ ਸ਼ੁੱਧ ਜਾ ਰਹੇ ਨੇ, ਇਹਦਾ ਮਤਲਬ ਇਹ ਹੈ ਕਿ ਸਨਅਤਾਂ ਵੱਧ ਪਈਆਂ ਨੇ। ਇਹ ਸਨਅਤਾਂ ਪਾਣੀ ਉਹਦੇ ਵਿੱਚ ਪਾਉਂਦੀਆਂ ਨੇ, ਨਾ ਸਰਕਾਰਾਂ ਜ਼ਿੰਮੇਵਾਰੀ ਨਿਭਾ ਰਹੀਆਂ ਨੇ, ਨਾ ਲੋਕ ਜ਼ਿੰਮੇਵਾਰੀ ਨਿਭਾ ਰਹੇ ਨੇ। ਅਸੀਂ ਤਿਉਹਾਰਾਂ ਦੇ ਉੱਤੇ ਵੱਡੇ ਰਸਾਇਣਾਂ ਆਧਾਰਿਤ ਬੁੱਤ ਬਣਾ ਕੇ ਪਾਣੀ ਦੇ ਵਿੱਚ ਸੁੱਟਦੇ ਹਾਂ। ਇਹ ਨਹੀਂ ਦੇਖਦੇ ਕਿ ਉਹ ਪਾਣੀ ਨੂੰ ਕਿੰਨੇ ਪਿੰਡ ਪੀ ਰਹੇ ਨੇ। ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਇਹਨਾਂ ਨੇ ਸਾਤੋਂ ਜਾਣਕਾਰੀ ਮੰਗੀ ਸੀ। ਮੈਂ ਇੱਕ ਵਾਰੀ ਅੱਜ ਤੋਂ ਤਕਰੀਬਨ 14 ਸਾਲ ਪਹਿਲਾਂ ਇੱਕ ਸੁਝਾਅ ਦਿੱਤਾ ਸੀਗਾ ਸਰਕਾਰ ਨੂੰ ਕਿ ਜੇ ਤੁਸੀਂ ਜੰਗਲਾਤ ਵਧਾਉਣਾ ਚਾਹੁੰਦੇ ਹੋ ਤਾਂ ਇਹ ਜੰਗਲਾਤ ਨੂੰ ਤੇ ਆਵਾਜਾਈ ਨੂੰ 6ਵੀਂ ਤੋਂ ਇੱਕ ਵਿਸ਼ੇ ਦੇ ਤੌਰ ਤੇ ਸ਼ੁਰੂ ਕਰ ਦਿਓ। ਬਿਲਕੁਲ, ਜੇ ਕੋਈ ਬੱਚਾ 6ਵੀਂ ਦੇ ਵਿੱਚ ਦਰਖਤ ਨੂੰ ਅਪਣਾਏਗਾ, 10ਵੀਂ ਤੱਕ ਉਹ ਰਿਹਾ, 5 ਸਾਲ ਦੇ ਵਿੱਚ ਉਹ ਦਰਖਤ ਦਾ ਰੂਪ ਧਾਰਨ ਕਰ ਜਾਏਗਾ। ਜਿਸ ਤਰ੍ਹਾਂ ਸਰੀਰਕ ਸਿੱਖਿਆ ਵਿਭਾਗ ਦੇ ਵਿੱਚ ਅਸੀਂ ਉਹਨਾਂ ਨੂੰ ਗ੍ਰੇਡੇਸ਼ਨ ਦਿੰਦੇ ਹਾਂ, ਦਰਜਾਬੰਦੀ ਕਰਦੇ ਹਾਂ, ਉਸੇ ਤਰ੍ਹਾਂ ਇਹ ਜੰਗਲਾਤ ਤੇ ਆਵਾਜਾਈ ਦੇ ਵਿੱਚ ਦਰਜਾਬੰਦੀ ਕੀਤੀ ਜਾਵੇ। ਬੱਚੇ ਨੂੰ ਜਦੋਂ ਅਸੀਂ 5-6ਵੀਂ ਤੋਂ ਪੜ੍ਹਾਉਣਾ ਸ਼ੁਰੂ ਕਰਤਾ ਕਿ ਲਾਲ ਲਾਈਟ ਜੰਪ ਨਹੀਂ ਕਰਨੀ, ਤੁਸੀਂ ਆਹ ਇਤਿਹਾਤ ਵਰਤਨੇ ਨੇ,
ਉਹ ਉਲਟਾ ਸਾਨੂੰ ਸਿਖਾਏਗਾ। ਇੱਕ ਵਾਰੀ ਦਿੱਲੀ ਦੇ ਵਿੱਚ ਮੈਂ ਦੇਖਿਆ ਕਿ ਜਿਹੜੇ NSS ਦੇ ਬੱਚੇ ਸੀ ਜਾਂ NCC ਦੇ ਬੱਚੇ ਸੀ, ਉਹਨਾਂ ਨੂੰ ਨਾਲ ਲਾ ਕੇ ਟ੍ਰੈਫਿਕ ਪੁਲਿਸ ਵਾਲਿਆਂ ਨੇ ਇੱਕ ਮੁਹਿੰਮ ਚਲਾਈ। ਜੇ ਕੋਈ ਬੰਦਾ ਉਲੰਘਣਾ ਕਰਦਾ ਸੀ ਤਾਂ ਰੋਕ ਕੇ ਉਹਨੂੰ ਬੜੇ ਸਤਿਕਾਰਤ ਸ਼ਬਦਾਂ 'ਚ ਕਹਿੰਦੇ ਸੀ, ਅੰਕਲ ਜੀ ਇੱਧਰ ਸਾਈਡ ਤੇ ਲਾਓ, ਤੁਸੀਂ ਲਾਲ ਲਾਈਟ ਜੰਪ ਕਰਕੇ ਆਏ ਹੋ। ਜਦੋਂ ਬੱਚਾ ਕਿਸੇ ਵੱਡੇ ਬੰਦੇ ਨੂੰ ਕਹਿੰਦਾ ਨਾ, ਉਹਦੀ ਫਿਰ ਅੰਦਰ ਹਲੂਣਿਆ ਜਾਂਦਾ ਕਿ ਯਾਰ ਮੈਂ ਵਾਕਈ ਗਲਤ ਕਰ ਰਿਹਾ। ਅਸੀਂ ਮੈਂ ਫੇਰ ਕਹਾਂ ਉਂਗਲ ਦੂਜੇ ਪਾਸੇ ਨੂੰ ਕਰਦੇ ਹਾਂ, ਜਿਹੜੀਆਂ 3 ਉਂਗਲਾਂ ਸਾਡੇ ਵਾਲੇ ਪਾਸੇ ਨੇ, ਸਾਡੇ ਫਰਜ਼ ਨੇ, ਉਹਨਾਂ ਵਾਲੇ ਪਾਸੇ ਨਹੀਂ ਜਾਂਦੇ। ਚੰਗਾ ਇਹ ਹੈਗਾ ਕਿ ਪਹਿਲਾਂ ਅਸੀਂ ਆਪਣੇ ਆਪ ਤੋਂ ਸ਼ੁਰੂਆਤ ਕਰੀਏ। ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਤੱਕ ਤੁਸੀਂ ਬਨੇਰੇ ਸਾਫ਼ ਨਹੀਂ ਕਰੋਗੇ, ਇਹ ਰਾਜਸੀ ਲੋਕ ਜਦੋਂ ਕੋਈ ਵੱਡਾ VIP ਆਉਂਦਾ ਹੈ ਤਾਂ ਉਸ ਵੇਲੇ ਕੋਈ ਰੈੱਡ ਲਾਈਟ ਨਹੀਂ ਦੇਖੀ ਜਾਂਦੀ, ਦੰਦ ਦਨਾਉਂਦੇ ਕਰਦੇ, ਉਹਨਾਂ ਦੇ ਢੂਟੂ ਕਰਦੇ ਗੱਡੀਆਂ ਜਾਂਦੀਆਂ ਨੇ। ਜਿਹੜਾ ਬੰਦਾ ਵਿੱਚ ਬੈਠਾ ਉਹਨੂੰ ਕਹਿਣਾ ਚਾਹੀਦਾ ਕਿ ਭਾਈ ਸਾਹਿਬ ਜੇ ਤੁਸੀਂ ਮੈਨੂੰ ਲੈ ਕੇ ਜਾ ਰਹੇ ਹੋ ਤਾਂ ਲਾਲ ਲਾਈਟਾਂ ਦਾ ਹੁਕਮ ਮੰਨੋ। ਜੇ ਰੈੱਡ ਲਾਈਟ ਦੇ ਉੱਤੇ ਕੋਈ VIP, ਮੁੱਖ ਮੰਤਰੀ, ਰਾਜਪਾਲ ਜਾਂ ਇਸ ਤੋਂ ਵੱਡਾ ਰੁਕੇਗਾ ਤਾਂ ਦੂਜੇ ਲੋਕਾਂ ਨੂੰ ਉਸ ਤੋਂ ਪ੍ਰੇਰਨਾ ਮਿਲੇਗੀ ਕਿ ਜੇ ਇਹ ਵਿਅਕਤੀ ਰੈੱਡ ਲਾਈਟ ਦੀ ਪਾਲਣਾ ਕਰ ਰਿਹਾ ਤਾਂ ਸਾਨੂੰ ਵੀ ਇਸ ਦੀ ਕਰਨੀ ਚਾਹੀਦੀ ਹੈ, ਪਰ ਅਸੀਂ ਕਰਦੇ ਨਹੀਂ। ਆਪਣੇ ਫਰਜ਼ਾਂ ਨੂੰ ਵਿਉਣਾ। ਹੁਣ ਆਹ ਜਿਹੜੇ ਬੰਦੇ ਉੱਥੋਂ ਗਵਾਲੀਅਰ ਦੇ ਵਿੱਚੋਂ ਚੱਲ ਕੇ ਆਏ, ਇਹ ਫਰਜ਼ਾਂ ਦੀ ਕੁਤਾਹੀ ਕੀਤੀ ਹੈ ਨਾ। ਕਿਸੇ ਇੱਕ ਨੇ ਵੀ ਇਸ ਨੂੰ ਕਿਉਂ ਨਹੀਂ ਰੋਕਿਆ? ਹਰਿਆਣੇ ਦੇ ਘੱਟੋ ਘੱਟ ਉਹਨਾਂ ਨੂੰ ਕਿੰਨੇ ਨਾਕੇ ਮਿਲੇ ਹੋਣਗੇ, ਰਾਜਸਥਾਨ ਦੇ ਵਿੱਚ ਉਹਨਾਂ ਨੂੰ ਕਿੰਨੇ ਨਾਕੇ ਮਿਲੇ ਹੋਣਗੇ, ਮੱਧ ਪ੍ਰਦੇਸ਼ ਤੇ ਰਾਜਸਥਾਨ ਬਿਲਕੁਲ ਨਾਲ ਨਾਲ ਲੱਗਦਾ ਹੈਗਾ। ਫਿਰ ਉਸ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਦਾਖਲ ਹੋਏ, ਡੱਬਵਾਲੀ ਵਾਲੇ ਖੇਤਰ ਦੇ ਵਿੱਚੋਂ ਸੰਗਤ ਥਾਣਾ ਪੈਂਦਾ ਹੈ। ਸੰਗਤ ਥਾਣੇ ਦੀ ਜਿਹੜੀ ਪੁਲਿਸ ਹੈ ਉਹ ਕੀ ਕਰਦੀ ਪਈ ਸੀ? ਸੁੱਤੇ ਪਈ ਸੀ। ਜਿਹੜੇ ਬਠਿੰਡੇ ਵਾਲਿਆਂ ਦੇ ਦਾਅਵੇ ਬਹੁਤ ਕਰਦੇ ਨੇ, ਪਰ ਜਿਹੜੇ ਇਸ ਤਰ੍ਹਾਂ ਇੱਥੋਂ ਤੱਕ ਆਉਣਾ ਹੈ ਇਹ ਸਾਡੇ ਪ੍ਰਸ਼ਾਸਨ ਦੀ ਪੋਲ ਖੋਲਦਾ ਹੈ। ਇਹ ਜਿਹੜੇ ਜ਼ਿੰਮੇਵਾਰ ਅਧਿਕਾਰੀ ਨੇ, ਮੈਂ ਹੋਰਾਂ ਦੀ ਗੱਲ ਨਹੀਂ ਕਰਦਾ, ਪਹਿਲਾਂ ਪੰਜਾਬ ਵਾਲਿਆਂ ਨੂੰ ਇਸ ਤੇ ਕਦਮ ਚੱਕਣਾ ਚਾਹੀਦਾ ਹੈ ਕਿ ਬਠਿੰਡੇ ਤੱਕ ਉਹ ਪਹੁੰਚ ਕਿਵੇਂ ਗਿਆ, ਉੱਥੋਂ 3-4 ਥਾਣਿਆਂ ਦੀ ਪੁਲਿਸ ਦੇ ਕੋਲ ਦੀ ਲੰਘ ਕੇ ਆਇਆਗਾ। ਇਹਨਾਂ ਨੇ ਕਿਉਂ ਨਹੀਂ ਕੀਤਾ? ਇਸ ਲਈ ਜੋ ਮਿਸਾਲੀ ਸਜ਼ਾ ਇਹਨਾਂ ਨੂੰ ਦੇਣੀ ਬਣਦੀ ਜੀ। ਇੱਕ ਢਿੱਲੋਂ ਸਾਹਿਬ, ਜਿਹੜਾ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਲਈ ਕਰ ਮਾਹਰ ਜਿਹੜੇ ਨੇ, ਇਨਕਮ ਟੈਕਸ ਦੇ, ਟੈਕਸ ਡਿਪਾਰਟਮੈਂਟ ਦੇ ਜਿਹੜੇ ਮਾਹਰ ਨੇ, ਉਹਨਾਂ ਦਾ ਬਿਆਨ ਨਸ਼ਰ ਹੋਇਆ ਕਿ ਜਿਹੜੇ ਧਨਾੜ ਵਿਅਕਤੀ ਨੇ ਜਾਂ ਵਿਦੇਸ਼ੀ ਕੰਪਨੀਆਂ ਨੇ, ਇਹਨਾਂ ਤੋਂ ਜ਼ਿਆਦਾ ਟੈਕਸ ਲੈ ਲੈਣਾ ਚਾਹੀਦਾ, ਬਸ਼ਰਤੇ ਕਿ ਸਾਡੇ ਇੱਥੇ ਜਿਵੇਂ ਹੈ ਕਿ ਇੱਕ ਟੈਕਸ ਦੇ ਉੱਤੇ ਹੋਰ ਲੋਕਾਂ ਦੇ ਉੱਤੇ ਥੋਪ ਦਿੱਤੇ ਜਾਂਦੇ, ਕੋਈ ਕਾਓ ਸੈਸ ਆ ਗਿਆ, ਕੋਈ ਕੁਝ ਆ ਗਿਆ, ਮਹਿੰਗੀਆਂ ਦਰਾਂ ਸਾਡੇ ਕੋਲੇ ਭਾਵੇਂ ਬਿਜਲੀ ਦੀਆਂ ਹੋਣ, ਭਾਵੇਂ ਪਾਣੀ ਦੀਆਂ ਹੋਣ, ਹਰ ਪਾਸੇ ਮਹਿੰਗਾਈ ਹੈ। ਦੂਜਾ ਉਹਨਾਂ ਨੇ ਇਹ ਗੱਲ ਕੀ ਕਿ 1 ਕਰੋੜ ਤੋਂ ਵੱਧ ਦੀ ਜਿਹਦੀ ਸਾਲਾਨਾ ਆਮਦਨ ਹੈ ਉਹਦੇ ਉੱਤੇ 40% ਜਿਹੜਾ ਉਹ ਟੈਕਸ ਲਗਾ ਦੇਣਾ ਚਾਹੀਦਾ। ਇਹਨੂੰ ਕਿੱਦਾਂ ਦੇਖਦੇ ਹੋ? ਸੁਖਵਿੰਦਰ, ਮੈਂ ਇਹਦੇ ਨਾਲ ਕਿਸੇ ਹੱਦ ਤੱਕ ਸਹਿਮਤ ਨਹੀਂ ਹੈਗਾ। ਪਹਿਲਾਂ ਜਿਹੜੀ ਤੁਸੀਂ ਪ੍ਰਣਾਲੀ ਬਣਾਈ ਹੈ ਉਹਦੇ ਵਿੱਚੋਂ ਕਿੰਨਾ ਕੁ ਟੈਕਸ ਉਗਰਾ ਰਹੇ ਹੋ? ਬਿਲਕੁਲ। ਆਮਦਨ ਕਰ ਦੇ ਵਿੱਚ ਜਿਹੜੀ ਗਿਣਤੀ ਹੈ ਉਹ ਸਿਰਫ 3.5% ਹੈ ਜਿਹੜੇ ਲੋਕ ਸਹੀ ਰੂਪ ਦੇ ਵਿੱਚ ਟੈਕਸ ਅਦਾ ਕਰਦੇ ਨੇ। ਜੇ ਇਹ ਟੈਕਸ ਪ੍ਰਣਾਲੀ ਜਿਹੜੀ ਤੁਸੀਂ ਅਪਣਾਈ ਹੈ ਇਸ ਨੂੰ ਗੰਭੀਰਤਾ ਦੇ ਨਾਲ ਇਕੱਤਰ ਕਰ ਲਓ ਤਾਂ ਸਾਨੂੰ ਵਧਾਉਣ ਦੀ ਜ਼ਰੂਰਤ ਨਹੀਂ ਹੈਗੀ। ਬਿਲਕੁਲ। ਜਿਹੜੇ ਅਸੀਂ ਅਜੇ ਤੱਕ 3.5%, 1 ਅਰਬ 35 ਕਰੋੜ ਦੇ ਵਿੱਚੋਂ ਸਿਰਫ 3.5%, 5 ਕਰੋੜ ਬੰਦਾ ਟੈਕਸ ਦਿੰਦਾ ਹੈ। ਜਿਹੜਾ 1 ਅਰਬ 30 ਕਰੋੜ ਹੈ ਉਹ ਟੈਕਸ ਅਦਾ ਨਹੀਂ ਕਰਦਾ। ਚਲੋ ਉਹਨਾਂ ਚੋਂ ਬਹੁਤ ਗਿਣਤੀ ਤਾਂ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਰੁਜ਼ਗਾਰ ਨਹੀਂ, ਕੋਈ ਮੰਗਤੇ ਦੇ ਰੂਪ ਦੇ ਵਿੱਚ ਬੈਠਾ ਹੈ, ਕੋਈ ਵਿਹਲੜ ਬੈਠਾ ਹੈਗਾ, ਉਹਨੂੰ ਛੱਡ ਦਿਓ। ਅਜੇ ਤੱਕ ਇਹ ਗਿਣਤੀ ਨੂੰ ਹੀ ਜੇ ਆਪਾਂ 5 ਕਰੋੜ ਦੀ ਜਗ੍ਹਾ 10 ਕਰੋੜ ਤੇ ਲੈ ਜਾਈਏ ਤਾਂ ਸਾਡੀ ਜਿਹੜੀ ਮੌਜੂਦਾ ਪ੍ਰਣਾਲੀ ਦੇ ਵਿੱਚ ਹੀ ਟੈਕਸ ਵੱਧ ਸਕਦਾ ਹੈ। ਅਸੀਂ ਟੈਕਸ ਵਧਾਉਣ ਦੀ ਥਾਂ ਤੇ ਉੱਤੇ ਟੈਕਸ ਕਰਦਾਤਾ ਵਧਾਈਏ, ਨਾ ਕਿ ਟੈਕਸ ਵਧਾਈਏ। ਇਹ ਜਿਹੜੇ ਅਧਿਕਾਰੀ ਨੇ ਰਾਏ ਦਿੱਤੀ ਹੈ ਉਹਨੂੰ ਪਹਿਲਾਂ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਲੋਕਾਂ ਤੋਂ ਜਿਹੜੀ ਮਿਲੀ ਭੁਗਤਾਂ ਦੇ ਨਾਲ ਟੈਕਸ ਖਾਧੇ ਜਾ ਰਹੇ ਨੇ, ਸਹੀ ਰੂਪ ਦੇ ਵਿੱਚ ਟੈਕਸ ਨਹੀਂ ਆ ਰਿਹਾ। ਬਿਲਕੁਲ। ਅੱਜ ਪੰਜਾਬ ਦੇ ਵਿੱਚ ਟੈਕਸ ਆਵੇ ਤੇ ਢਿੱਲੋਂ ਸਾਹਿਬ ਜਿਹੜਾ ਅੱਜ ਪੰਜਾਬ ਦੇ ਵਿੱਚ ਜੇ ਜਿਹੜਾ ਸਾਡਾ ਆਬਕਾਰੀ ਦਾ ਮਹਿਕਮਾ ਹੈਗਾ, ਸ਼ਰਾਬ ਦਾ ਪੂਰਾ ਟੈਕਸ ਉਘਰਾ ਲਈਏ, ਹੋਰ ਜਿਹੜੀਆਂ ਪ੍ਰਣਾਲੀਆਂ ਨੇ, ਭਾਵੇਂ ਉਹ ਰੇਤਾ ਹੈ, ਬਜਰੀ ਹੈ ਜਾਂ ਕੋਈ ਹੋਰ ਹੈ, ਜੇ ਉੱਥੋਂ ਟੈਕਸ ਸਹੀ ਰੂਪ ਦੇ ਵਿੱਚ ਲੈ ਲਈਏ ਤਾਂ ਦੁਬਾਰਾ ਜਿਹੜਾ ਭਾਰਤ ਆ ਉਹ ਸੋਨੇ ਦੀ ਚਿੜੀ ਬਣ ਸਕਦਾ। ਪਰ ਉਸ ਪਾਸੇ ਅਸੀਂ ਜਾਂਦੇ ਨਹੀਂ। ਜ਼ਰੂਰਤ ਇਹ ਹੈ ਕਿ ਜਿਹੜੀ ਪ੍ਰਣਾਲੀ ਅਸੀਂ ਕਰ ਰਹੇ ਹਾਂ ਇਹ ਵਧਾਉਣ ਦਾ ਨਹੀਂ। ਕੱਲ੍ਹ ਨੂੰ ਇਹ ਕਹਿਣਗੇ 50 ਕਰ ਦਿਓ। ਜੇ ਬੰਦਾ ਕੋਈ ਵੱਧ ਪੈਸੇ ਕਮਾ ਰਿਹਾ, ਉਹ ਆਪਦੀ ਮਿਹਨਤ ਨਾਲ ਕਮਾ ਰਿਹਾ ਹੈਗਾ, ਉਹਦੇ ਜੇ ਕੋਈ ਸਹੀ ਕਰਦਾ, ਜੇ ਕੋਈ ਗਲਤ ਕਰਦਾ ਤਾਂ ਉਸ ਨੂੰ ਟੰਗਣਾ ਚਾਹੀਦਾ ਹੈ। ਇਸ ਕਰਕੇ ਮੈਂ ਸਮਝਦਾ ਕਿ ਤੁਸੀਂ ਟੈਕਸ ਵਾਲੇ ਕਰਦਾਤਾ ਵਧਾਓ, ਨਾ ਕਿ ਕਰ ਵਧਾਓ। ਗੱਲ ਤਾਂ ਇਹੀ ਹੈ ਨਾ ਕਿ ਮੰਜੀ ਆਪਣੀ ਥੱਲੇ ਜਿਹੜਾ ਸੋਟਾ ਫੇਲ, ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਕੁ ਟੈਕਸ ਜਿਹੜੇ ਨੇ 1 ਨੰਬਰ 'ਚ ਆਉਂਦਾ ਤੇ ਕਿੰਨਾ ਕੁ 2 ਨੰਬਰ ਦੇ ਵਿੱਚ ਜਿਹੜਾ ਇਹਨਾਂ ਤੱਕ ਪਹੁੰਚਦਾ ਹੀ ਨਹੀਂ। ਉਹ ਕਿੱਧਰ ਕਾਲਾ ਧਨ ਬਣ ਕੇ ਡਿਊਟੀ ਦੇ ਨਾਲ ਸੁਖਵਿੰਦਰ ਜਿਹੜਾ ਕਈ ਸੱਜਣ ਜੇ ਕਹਿੰਦੇ ਨੇ ਕਿ ਢਿੱਲੋਂ ਸਾਹਿਬ ਜਿਵੇਂ ਕਹਿੰਦੇ ਸੀ ਕਿ ਕਾਲਾ ਧਨ ਅਸੀਂ ਲੈ ਆਵਾਂਗੇ, ਹੁਣ ਮੌਕਾ ਆ, ਹੁਣ ਵੇਲਾ ਆ ਆਪਣੇ ਭਾਰਤ ਨੂੰ ਸੰਭਾਲਣ ਦਾ। ਕਈ ਅਧਿਕਾਰੀ ਨਾ ਡਿਊਟੀ ਦੇ ਨਾਲ ਡਿਊਟਾ ਕਰਦੇ ਨੇ। ਬਿਲਕੁਲ। ਉਹ
ਡਿਊਟੀ ਦੀ ਥਾਂ ਤੇ ਜਿਹੜੇ ਡਿਊਟਾ ਕਰਦੇ ਆ ਨਾ ਨੱਥ ਉਹਨਾਂ ਤੇ ਪਾਉਣਾ ਹੈ ਔਰ ਲੋਕਾਂ ਨੂੰ ਆਦਤ ਪਾਉਣੀ ਚਾਹੀਦੀ ਹੈ। ਇੱਕ ਮੈਂ ਛੋਟੀ ਜਿਆਦਾ ਗੱਲ ਕਹਿ ਦਿਆਂ ਕਿ ਜਿਹੜਾ ਬੰਦਾ ਜ਼ਿਆਦਾ ਟੈਕਸ ਦਿੰਦਾ ਉਸੇ ਦਾ ਗੱਲ ਫੜਦੇ ਨੇ ਆਮਦਨ ਕਰ ਵਾਲੇ ਆ ਕੇ। ਚੰਗਾ ਇਹ ਹੈ ਕਿ ਜਿਹੜਾ ਬੰਦਾ ਜ਼ਿਆਦਾ ਟੈਕਸ ਦਿੰਦਾ ਜਾਂ ਟੈਕਸ ਦੇ ਰਿਹਾ ਉਸ ਦਾ ਸਨਮਾਨ ਹੋਣਾ ਚਾਹੀਦਾ ਤਾਂ ਕਿ ਦੂਜਿਆਂ ਨੂੰ ਪ੍ਰੇਰਨਾ ਸਰੋਤ ਹੋਵੇ। ਜੀ ਬਿਲਕੁਲ ਢਿੱਲੋਂ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਨਿਊਜ਼ ਬੈਂਡ ਨਿਊਜ਼ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਤੁਸੀਂ ਆਪਣੇ ਵਿਚਾਰ ਰੱਖਣਾ। ਧੰਨਵਾਦ।